ਇਹਨਾਂ ਨੂੰ ਨਾਰਾਜ਼ਗੀ ਕੀ ਹੈ। ਪਹਿਲਾਂ ਬੇਟੀ ਹੋਈ ਸੀ ਉਦੋਂ ਤਾਂ ਇਹਨਾਂ ਨੂੰ ਪਰੇਸ਼ਾਨੀ ਸੀ ਕਿ ਬੇਟੀ ਦੇ ਹੋਣ ਤੇ, ਵੀ ਹੁਣ ਤੇ ਬੇਟਾ ਹੋਇਆ ਨਾ, ਹੁਣ ਤਾਂ ਕੋਈ ਨਾ ਤੁਸੀਂ ਦੇਖਣ ਨਹੀਂ ਆਣਾ ਸੀਗਾ ਬੱਚਾ। ਤੁਹਾਨੂੰ ਐ ਨਹੀਂ ਲੱਗਦਾ ਕਿ ਮੈਂ ਆਪਣਾ ਬੇਟਾ ਦੇਖ ਕੇ ਆਵਾਂ। ਬੇਟੀ ਵਾਇਆ ਕਿਸੇ ਬਾਬਾ ਜੀ ਨੇ ਦੱਸਿਆ ਕਿ ਜਿਹੜਾ ਬੇਟਾ ਹੈਗਾ ਉਹ ਗੰਢ ਮੂਲਾਂ ਦੇ ਵਿੱਚ ਪੈਦਾ ਹੋਇਆ ਤੇ ਸਾਡਾ ਜਿਹੜਾ 40 ਦਿਨ ਦਾ ਪਰਹੇਜ਼ ਹੈ, ਕੁਝ ਇਨਡਾਇਰੈਕਟ ਮੈਨੂੰ ਇਹ ਕਹਿੰਦੇ ਸੀਗੇ ਕਿ ਬੇਟਾ ਹੋਇਆ ਤਾਂ ਹੁਣ ਸਾਨੂੰ ਵੀ ਸ਼ੂਸ਼ਕ ਵੀ ਚਾਹੀਦੀ ਹੈ। ਤੇ ਹਸਬੰਡ ਨੇ ਸ਼ਾਮ ਨੂੰ ਫੋਨ ਲਾ ਲਿਆ, ਡਰਿੰਕ ਕੀਤੀ ਹੋਈ ਸੀ ਤੇ ਸ਼ਰਾਬ ਪੀ ਕੇ ਕਹਿੰਦੇ ਆ ਕਿ ਮਜ਼ਾਕੀਆ ਤੌਰ ਤੇ ਮੈਨੂੰ ਡਾਇਰੈਕਟ ਨਹੀਂ ਕਹਿ ਰਹੇ ਕਿ ਜਿਹੜੀਆਂ ਸ਼ੂਸ਼ਕ ਹੁੰਦੀਆਂ ਨੇ ਉਹ ਤਾਂ ਫਿਰ ਕੜੇ ਤੇ ਛਾਪਾਂ ਦੀਆਂ ਸੋਨੇ ਦੀਆਂ ਹੁੰਦੀਆਂ ਗੱਡੀਆਂ ਦੀਆਂ, ਉਹ ਤਾਂ ਤੁਸੀਂ ਕੁੜੀ ਤੇ ਇਹਨਾਂ ਨੇ ਵੀ ਗੱਡੀ ਤਾਂ ਸਾਨੂੰ ਵੈਸੇ ਹੀ ਗਿਫਟ ਕੀਤੀ ਹੈ। ਜੋ ਸ਼ੂਸ਼ਕ ਹੁੰਦੀ ਹੈ ਉਹ ਮੁੰਡਾ ਹੋਣ ਤੇ ਹੁੰਦੀ ਹੈ ਐਗਜ਼ੈਕਟ, ਤੇ ਹੁਣ ਤਾਂ ਫਿਰ ਤੂੰ ਮੁੰਡਾ ਹੋਏ ਤੋਂ ਸਾਨੂੰ ਕੜੇ ਛਾਪਾਂ ਪਵਾਏਂਗੀ ਨਾ ਆਪਣੇ ਘਰਦਿਆਂ ਤੋਂ। ਗਏ ਤੇ ਇਹਨਾਂ ਤੋਂ ਭਰ ਕੇ ਸਮਾਨ ਲੈ ਕੇ ਗਏ। ਚਲੋ ਇਸ ਗੱਲ ਨੂੰ ਵੀ ਪਿੱਛੇ ਛੱਡਦੇ ਹੋਏ ਅਸੀਂ ਅੱਗੇ ਵਧੇ ਆ। ਤਾਂ ਲੋਕਾਂ ਦੀਆਂ ਚਲੋ ਗੱਲਾਂ ਹੁੰਦੀਆਂ, ਲੋਕਾਂ ਦੇ ਮੂੰਹ ਹੁੰਦੇ ਹੈਗੇ, ਲੋਕ ਤਾਂ ਕਹਿੰਦੇ ਹੀ ਰਹਿੰਦੇ ਆ। ਅਸੀਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਾਰਿਆਂ ਦਾ ਚੈਨਲ ਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਜਣੇ ਤੰਦਰੁਸਤ ਹੋਵੋਗੇ, ਠੀਕ ਹੋਵੋਗੇ। ਪਿਛਲੀ ਵੀਡੀਓ ਦੇ ਵਿੱਚ ਮੈਂ ਗੱਲ ਕਰ ਰਹੀ ਸੀਗੀ ਕਿ ਮੈਂ ਮੇਰੇ ਬੇਟੇ ਦੇ ਬਰਥ ਤੋਂ ਬਾਅਦ ਬੇਟੇ ਨੂੰ ਘਰ ਲੈ ਕੇ ਆਈ ਤੇ ਅੱਗੇ ਕੀ ਹੋਇਆ ਤੇ ਉਸ ਨੂੰ ਆਪਾਂ ਅੱਗੇ ਅੱਜ ਲੈ ਕੇ ਜਾਣੇ, ਅੱਗੇ ਕੰਟੀਨਿਊ ਕਰਦੇ ਉਸ ਸਟੋਰੀ ਪਾਰਟ ਨੂੰ। ਤੇ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਜੀ, ਜਦੋਂ ਮੇਰੀ ਬੇਟੀ ਸਾਲ ਦੀ ਸੀਗੀ, ਜਿਵੇਂ ਮੇਰਾ ਬੇਟਾ ਹੋ ਗਿਆ ਤੇ ਬੇਟੇ ਦਾ ਹਸਪੀਟਲ ਦੇ ਵਿੱਚ ਜਿਵੇਂ ਐਡਮਿਟ ਰਿਹਾ, ਉਹਨੂੰ ਤਕਲੀਫ ਸੀ, ਥੋੜੀ ਪ੍ਰੋਬਲਮ ਹੋ ਗਈ ਸੀਗੀ, ਪੀਲੀਆ ਵਗੈਰਾ ਹੋ ਗਿਆ ਸੀ ਤੇ ਬੱਚੇ ਨੂੰ 10 ਦਿਨ 11 ਦਿਨ ਹਸਪੀਟਲ ਦੇ ਵਿੱਚ ਰੱਖਿਆ ਤੇ 11 ਦਿਨਾਂ ਤੱਕ ਮੰਨ ਲਓ ਵੀ ਮੇਰੇ ਸੱਸ ਤੇ ਸਹੁਰਾ ਆ ਕੇ, ਜਿਵੇਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ 'ਚ, ਆ ਕੇ ਮਿਲ ਜਾਂਦੇ ਆ ਉਹ 2 ਮਿੰਟ ਲਈ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬੇਟੇ ਨੂੰ 11ਵੇਂ ਦਿਨ ਜਾਂ 10ਵੇਂ ਦਿਨ ਜਾਂ ਸਾਨੂੰ 9ਵੇਂ ਦਿਨ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਸਾਨੂੰ ਛੁੱਟੀ ਮਿਲਦੀ ਹੈ ਤੇ ਅਸੀਂ ਬੱਚੇ ਨੂੰ ਘਰੇ ਲੈ ਕੇ ਇੱਥੇ ਆ ਜਾਂਦੇ ਹਾਂ। ਮੈਂ ਆਪਣੇ ਨਾਨਕੇ ਘਰ, ਆਪਣੇ ਪੇਕੇ ਘਰ। ਤੇ ਜਦੋਂ ਇੱਥੇ ਆ ਜਾਨੀ ਤਾਂ ਮੈਂ ਮੇਰੇ ਹਸਬੈਂਡ ਨੂੰ ਉਹਨਾਂ 10 ਦਿਨਾਂ ਦੇ ਵਿੱਚ ਵੀ ਜਿਵੇਂ ਕਾਲ ਕੀਤੀ, ਉੱਥੇ ਫੋਨ ਕੀਤਾ ਤੇ ਮੇਰੇ ਹਸਬੈਂਡ ਫੋਨ ਪਿਕ ਨਹੀਂ ਕਰਨਾ, ਕਦੇ ਕਰ ਲੈਣਾ ਤਾਂ ਕਹਿ ਦੇਣਾ ਕਿ ਮੈਂ ਬਿਜ਼ੀ ਆ, ਬਾਅਦ ਚ ਗੱਲ ਕਰਦਾ। ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਕੰਟੀਨਿਊ ਚੱਲਦੀਆਂ ਰਹੀਆਂ। ਮੈਨੂੰ ਵੀ ਇਹ ਡਾਊਟ ਹੋਣਾ ਕਿ ਇਹਨਾਂ ਨੂੰ ਨਾਰਾਜ਼ਗੀ ਕੀ ਹੈ। ਪਹਿਲਾਂ ਬੇਟੀ ਹੋਈ ਸੀ ਉਦੋਂ ਤਾਂ ਇਹਨਾਂ ਨੂੰ ਪਰੇਸ਼ਾਨੀ ਸੀ ਕਿ ਬੇਟੀ ਦੇ ਹੋਣ ਤੇ, ਵੀ ਹੁਣ ਤੇ ਬੇਟਾ ਹੋਇਆ ਨਾ, ਹੁਣ ਤਾਂ ਕੋਈ ਇਹਨਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਹੁਣ ਤਾਂ ਖੁਸ਼ ਹੋਣੇ ਚਾਹੀਦੇ ਹੈ। ਪਰ ਨਹੀਂ, ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਉਸ ਵੇਲੇ ਵੀ ਦਿਮਾਗ ਵਿੱਚ ਕੀ ਚੱਲ ਰਿਹਾ ਸੀਗਾ। ਇਹਨਾਂ ਨੇ ਮੇਰੇ ਨਾਲ ਗੱਲ ਨਹੀਂ ਕਰਦੇ ਸੀਗੇ, ਸਿੱਧੇ ਮੂੰਹ ਤਾਂ ਗੱਲ ਕਰਦੇ ਹੀ ਨਹੀਂ ਸੀਗੇ। ਤਾਂ ਫੋਨ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ 10 ਦਿਨ ਦਾ ਹੋ ਗਿਆ, ਬੇਟਾ ਬਿਮਾਰ ਵੀ ਰਿਹਾ, ਹਸਪੀਟਲ ਐਡਮਿਟ ਰਿਹਾ, ਤੁਹਾਡੇ ਵਿੱਚੋਂ ਕੋਈ ਵੀ ਮੇਰਾ ਬੇਟਾ ਹਸਪੀਟਲ ਦੇ ਵਿੱਚ ਦੇਖਣ ਨਹੀਂ ਆਇਆ। ਮੇਰੀ ਸੱਸ ਤੇ ਸਹੁਰਾ ਅਗਰ ਆਏ ਆ ਤਾਂ ਸਿਰਫ ਉੱਥੇ 1 ਘੰਟਾ ਬੈਠੇ ਆ ਔਰ ਬਿਨਾਂ ਕੋਈ ਗੱਲ ਕੀਤੇ, ਬਿਨਾਂ ਮੇਰੇ ਬੱਚੇ ਨੂੰ ਚੱਕੇ ਉਸੇ ਤਰ੍ਹਾਂ ਵਾਪਸ ਚਲੇ ਗਏ ਆ। ਤਾਂ ਇਹ ਕੀ ਸਾਬਿਤ ਕਰਨਾ ਚਾਹੁੰਦੇ, ਤੁਸੀਂ ਕੀ ਮਤਲਬ ਚਾਹੁੰਦੇ ਕੀ ਹੋ? ਤਾਂ ਮੇਰੇ ਹਸਬੰਡ ਨੇ ਕਿਹਾ ਕਿ ਮੈਂ ਮਤਲਬ ਨਾ ਇਹੋ ਜੀ ਕੋਈ ਗੱਲ ਨਹੀਂ ਹੈਗੀ, ਮੈਨੂੰ ਕੋਲ ਤਾਂ ਕੰਮ ਬਹੁਤ ਜ਼ਿਆਦਾ ਹੁੰਦਾ, ਮੈਂ ਬਿਜ਼ੀ ਆ, ਇਸੇ ਲਈ ਮੈਨੂੰ ਮਤਲਬ ਵੀ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ। ਤਾਂ ਮੈਂ ਕਿਹਾ ਵੀ ਤੁਸੀਂ ਦੇਖਣ ਨਹੀਂ ਆਣਾ ਸੀਗਾ ਬੱਚਾ, ਤੁਹਾਨੂੰ ਐ ਨਹੀਂ ਲੱਗਦਾ ਕਿ ਮੈਂ ਆਪਣਾ ਬੇਟਾ ਦੇਖ ਕੇ ਆਵਾਂ। ਬੇਟੀ ਵੇਲੇ ਵੀ ਤੁਸੀਂ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਕੀਤੀਆਂ ਤੇ ਹੁਣ ਬੇਟੇ ਦੇ ਟਾਈਮ ਵੀ ਕਰਦੇ ਹੋ। ਤਾਂ ਮੇਰੇ ਹਸਬੰਡ ਕਹਿੰਦੇ ਕਿ ਮੈਂ ਤਾਂ ਆ ਨਹੀਂ ਸਕਦਾ ਨਾ, ਕਿਉਂਕਿ ਮੈਨੂੰ ਇੱਕ ਤਾਂ ਕੰਮ ਹੈ ਬਹੁਤ ਜ਼ਿਆਦਾ, ਦੂਸਰਾ ਮੈਨੂੰ ਵੀ ਅਸੀਂ ਪਤਾ ਕਰਵਾਇਆ, ਕਿਸੇ ਬਾਬਾ ਜੀ ਨੇ ਦੱਸਿਆ ਕਿ ਜਿਹੜਾ ਬੇਟਾ ਹੈਗਾ ਉਹ ਗੰਢ ਮੂਲਾਂ ਦੇ ਵਿੱਚ ਪੈਦਾ ਹੋਇਆ ਤੇ ਸਾਡਾ ਜਿਹੜਾ 40 ਦਿਨ ਦਾ ਪਰਹੇਜ਼ ਹੈ, ਕੁਛ ਏਦਾਂ ਦਾ ਬੰਨਣ ਵਗੈਰਾ ਕਰਤਾ ਹੈ ਕਿ 40 ਦਿਨ ਬੱਚੇ ਦੇ ਫਾਦਰ ਨੇ ਬੱਚੇ ਦੇ ਮੱਥੇ ਨਹੀਂ ਲੱਗਣਾ, ਕਿ ਮੈਂ ਬੱਚੇ ਦੇ ਮੱਥੇ ਨਹੀਂ ਲੱਗਾਂਗਾ 40 ਦਿਨ। ਤਾਂ ਮੈਨੂੰ ਇਹ ਚੀਜ਼ਾਂ 'ਚ ਬਲੀਵ ਨਹੀਂ ਹੈ, ਮੈਂ ਮੰਨਦੀ ਨਹੀਂ ਇਹਨਾਂ ਚੀਜ਼ਾਂ ਨੂੰ, ਨਾ ਹੀ ਮੇਰਾ ਇਸ ਤਰ੍ਹਾਂ ਦਾ ਯਕੀਨ ਹੈ ਕੋਈ ਅੰਧ ਵਿਸ਼ਵਾਸ ਦੇ ਵਿੱਚ, ਨਾ ਮੈਂ ਕਦੇ ਬਾਬਿਆਂ ਦੀਆਂ ਗੱਲਾਂ ਤੇ ਯਕੀਨ ਕੀਤਾ। ਗੁਰਦੁਆਰਾ ਸਾਹਿਬ ਜਾਣਾ ਜਾਓ, ਤੁਸੀਂ ਆਪਣੀ ਇੱਛਾ, ਤੁਹਾਡੇ ਤੁਸੀਂ ਗੁਰਦੁਆਰਾ ਸਾਹਿਬ ਨੂੰ ਮੰਨੋ, ਜਿਸ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਤੁਸੀਂ ਉਸ ਨੂੰ ਮੰਨੋ, ਉਸ 'ਤੇ ਵਿਸ਼ਵਾਸ ਕਰੋ। ਇਨਸਾਨਾਂ ਦੇ ਬਣਾਏ ਹੋਏ ਢੋਂਗਾਂ ਤੇ ਵਿਸ਼ਵਾਸ ਕਰਨ ਵਾਲੇ ਇਨਸਾਨ ਮੈਨੂੰ ਬਿਲਕੁਲ ਪਸੰਦ ਨਹੀਂ, ਨਾ ਹੀ ਮੈਂ ਖੁਦ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੀ ਹਾਂ। ਸੋ ਫਿਰ ਉਸ ਟਾਈਮ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਤੋਂ ਮੈਂ ਉਹਨਾਂ ਨਾਲ ਬਹਿਸ ਨਹੀਂ ਕਰ ਸਕਦੀ ਸੀਗੀ ਕਿ ਤੁਸੀਂ ਫਿਰ ਕਿਸੇ ਬਾਬੇ ਦੇ ਚੱਕਰ 'ਚੋਂ ਤੁਸੀਂ ਇਹ ਹੋ। ਪਰ ਮੈਂ ਇਸ ਤਰ੍ਹਾਂ ਕੁਝ ਨਹੀਂ ਬੋਲਿਆ। ਮੈਂ ਉਹਨਾਂ ਨੂੰ ਇਹ ਕਿਹਾ ਕਿ ਸ਼ਾਇਦ ਹੋ ਸਕਦਾ ਹੈ ਕਿ ਇਹਨਾਂ ਨੇ ਕਿਸੇ ਨੂੰ ਪੁੱਛਿਆ ਹੋਵੇ, ਇਹਨਾਂ ਦੀ ਜਿਹੜੀ ਬੁੱਧੀ ਆ ਉਹ ਖਿਸਕਾਤੀ ਹੋਵੇ, ਪਰ ਇਸ ਤਰ੍ਹਾਂ ਨਹੀਂ ਸੀ। ਉਹ ਇਹਨਾਂ ਦਾ ਕੋਈ ਗੰਢ ਮੂਲ ਵਾਲਾ ਫੰਡਾ ਨਹੀਂ ਸੀਗਾ, ਇਹਨਾਂ ਨੇ ਆਪਣੇ ਕੋਲੋਂ ਹੀ ਇਹ ਚੀਜ਼ ਬਣਾ ਕੇ ਦੱਸੀ ਸੀ ਮੈਨੂੰ, ਕਿਉਂਕਿ ਉਹ ਆਉਣਾ ਨਹੀਂ ਚਾਹੁੰਦੇ ਸੀ। ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫੋਨ, ਬੇਟਾ ਘਰ ਆ ਗਿਆ ਤੇ ਘਰ ਆਉਣ ਤੋਂ ਬਾਅਦ ਮੈਂ ਇਹਨਾਂ ਨੂੰ ਫੋਨ ਲਗਾਉਣਾ ਤਾਂ ਮੈਂ ਇਹਨਾਂ ਨੂੰ ਕਹਿਣਾ ਕਿ ਤੁਸੀਂ ਚਲੋ ਬੇਟਾ ਦੇਖਣ ਨਹੀਂ ਆ ਰਹੇ, ਬੇਟੇ ਨੂੰ ਮਿਲਣ ਨਹੀਂ ਆ ਰਹੇ, ਮੰਨਿਆ ਕਿ ਗੰਢ ਮੂਲ ਨੇ, ਪਰ ਬੇਟੇ ਨਾਲ ਮੇਰੇ ਨਾਲ ਗੱਲ ਕਰਨੀ, ਬੇਟੇ ਦੇ ਬਾਰੇ ਪੁੱਛਣਾ, ਇਹ ਤਾਂ ਕੋਈ ਗੰਢ ਮੂਲ ਨਹੀਂ ਨਾ।
ਫੋਨ ਤੇ ਬੱਚੇ ਦਾ ਜ਼ਿਕਰ ਕਰਨ ਵੇਲੇ ਵੀ ਤਾਂ ਕੋਈ ਗੰਢ-ਮੂਲ ਨਹੀਂ, ਤੁਸੀਂ ਕਦੇ ਨਹੀਂ ਪੁੱਛਿਆ ਕਿ ਬੱਚਾ ਕਿਹਦੇ ਵਰਗਾ ਹੈ, ਬੱਚਾ ਕਿਵੇਂ ਹੈ, ਹੈਲਦੀ ਹੈ ਜਾਂ ਛੁੱਟੀ ਮਿਲ ਗਈ ਹੁਣ ਠੀਕ ਹੈ। ਇੱਕ ਦਿਨ ਵੀ ਇਹਦੇ ਜ਼ੁਬਾਨ ਦੇ ਵਿੱਚੋਂ ਮੇਰੇ ਹਸਬੰਡ ਨੇ ਇਹ ਨਹੀਂ ਕੱਢਿਆ ਕਿ ਮੇਰੇ ਬੱਚੇ ਕਿਵੇਂ ਹੈ ਜਾਂ ਤੂੰ ਕਿੱਦਾਂ ਹੈ ਜਾਂ ਮੈਂ ਆਉਂਗਾ ਵੀ ਮੇਰੀ ਮਜਬੂਰੀ ਹੈ ਜਾਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਸੀ। ਤਾਂ ਵਿੱਚ ਦੀ ਕਦੇ ਮੇਰੇ ਸੱਸ 2 ਮਿੰਟ ਗੱਲ ਕਰ ਲੈਂਦੇ ਸੀ ਫੋਨ ਤੇ। ਉਹ ਵੀ ਫੋਨ ਤੇ ਇਸ ਲਈ ਗੱਲ ਕਰਦੇ ਸੀਗੇ ਕਿ ਮੈਨੂੰ ਇਨਡਾਇਰੈਕਟਲੀ ਆਨੇ ਬਹਾਨੇ ਦੱਸਦੇ ਸੀਗੇ ਕਿ ਫਲਾਨਿਆਂ ਦੀ ਨੌਂ ਨੇ ਮੁੰਡਾ ਹੋਏ ਤੋਂ ਆਹ ਸਮਾਨ ਲੈ ਕੇ ਆਈ, ਫਲਾਨਿਆਂ ਦੀ ਕੁੜੀ ਦੇ ਮੁੰਡਾ ਹੋਇਆ ਤਾਂ ਉਹਨਾਂ ਨੇ ਆਪਣੀ ਧੀ ਨੂੰ ਇਹ ਸਮਾਨ ਦਿੱਤਾ, ਸੋਨਾ ਪਾਇਆ, ਜਿਵੇਂ ਕਿ ਕੜਾ ਪਾਇਆ ਮੁੰਡੇ ਦੇ ਡੈਡੀ ਨੂੰ, ਤੇ ਜਿਹੜਾ ਬੱਚਾ ਹੁੰਦਾ ਕਿ ਉਸ ਬੱਚੇ ਦੀ ਦਾਦੀ ਨੂੰ ਕੁਝ ਰਿੰਗ ਪਾਈ ਜਾਂ ਚੂੜੀ ਪਾਈ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਇਨਡਾਇਰੈਕਟ ਮੈਨੂੰ ਇਹ ਕਹਿੰਦੇ ਸੀਗੇ ਕਿ ਬੇਟਾ ਹੋਇਆ ਤਾਂ ਹੁਣ ਸਾਨੂੰ ਵੀ ਸ਼ੂਸ਼ਕ ਵੀ ਚਾਹੀਦੀ ਹੈ। ਤਾਂ ਮੈਂ ਜਿਵੇਂ ਕਿ ਕਹਿਣਾ ਫੋਨ ਤੇ ਕਿ ਹਾਂ ਸਾਰੇ ਵੀ ਕਰਦੇ ਨੇ ਲੋਕ, ਅਸੀਂ ਤਾਂ ਬੇਟੀ ਹੋਈ ਤੋਂ ਵੀ ਕਰਤਾ, ਮੇਰੇ ਪੇਕਿਆਂ ਨੇ ਤਾਂ ਵੀ 1 ਸਾਲ ਪਹਿਲਾਂ ਮੇਰੇ ਗੁੜੀਆ ਹੋਈ ਹੈ, ਸਾਰਾ ਟ੍ਰੀਟਮੈਂਟ ਕਰਵਾ ਕੇ ਇਹਨਾਂ ਨੇ ਸਾਰਾ ਕੁਝ ਕਰਵਾ ਕੇ ਆਪਣੇ ਫਰਜ਼ਾਂ ਮੁਤਾਬਕ ਇਹਨਾਂ ਨੇ ਮੈਨੂੰ ਸ਼ੂਸ਼ਕ ਦਿੱਤੀ। ਉਸ ਟਾਈਮ ਤੇ ਤੁਹਾਨੂੰ ਗੱਡੀ ਦਿੱਤੀ ਹੈ, ਮੈਨੂੰ ਸੋਨਾ ਪਾਤਾ ਸੀ ਔਰ ਮੇਰੀ ਬੇਟੀ ਨੂੰ ਕੁਝ ਸੋਨਾ ਪਾਤਾ ਸੀ। ਤੇ ਜਿੰਨੇ ਵੀ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਰੋਟੀ ਪਾਣੀ ਦਾ ਖਰਚਾ ਉਠਾ ਕੇ ਤੇ ਸਾਰਿਆਂ ਨੂੰ ਜਾਂਦੇ ਟਾਈਮ ਜੋ ਵੀ ਬਣਦੇ ਕੱਪੜੇ ਲੱਤੇ ਜਾਂ ਰੀਤੀ ਰਿਵਾਜ ਦੇ ਅਕੋਰਡਿੰਗ ਸ਼ਗਨ ਸੀਗਾ ਉਹ ਸਾਰਿਆਂ ਨੂੰ ਬੰਦਾ ਸ਼ਗਨ ਦਿੱਤਾ ਸੀ। ਪਰ ਇਹਨਾਂ ਦੀ ਫਿਰ ਵੀ ਕਿਤੇ ਨਾ ਕਿਤੇ ਲਾਲਚ ਵਾਲੀ ਜਿਹੜੀ ਉਹ ਸੀਗੀ ਨਾ ਚੀਜ਼, ਉਹ ਪਨਪ ਰਹੀ ਸੀਗੀ ਇਹਨਾਂ ਦੇ ਅੰਦਰ। ਫਿਰ ਤੋਂ ਅੱਜ ਇਹਨਾਂ ਨੂੰ ਮੌਕਾ ਮਿਲਿਆ ਸੀਗਾ ਕਿ ਮੌਕਾ ਆਪਾਂ ਕੁਛ ਨਾ ਕੁਛ ਇੱਥੇ ਮੰਗ ਲਈਏ। ਹੁਣ ਗੱਡੀ ਤਾਂ ਪਹਿਲਾਂ ਦੇ ਹੀ ਚੁੱਕੀ ਆ, ਇਹ ਇੱਕ ਵਿਆਹ ਵੇਲੇ ਗੱਡੀ ਦੇ ਪੈਸੇ ਲੈ ਲਏ ਆ, ਹੁਣ ਕੁੜੀ ਹੋਈ ਤੋਂ ਅਸੀਂ ਗੱਡੀ ਲੈ ਲਈ ਆ, ਤੇ ਹੁਣ ਕਿਉਂ ਨਾ ਅਸੀਂ ਇਹਨੂੰ ਆਨੇ ਬਹਾਨੇ ਵੀ ਹੁਣ ਵੀ ਇਹਨਾਂ ਦੇ ਪੇਕਿਆਂ ਤੋਂ ਕੁਛ ਨਾ ਕੁਛ ਕਢਵਾਇਆ ਜਾਵੇ। ਤਾਂ ਮੈਨੂੰ ਜਿਵੇਂ ਕਿ ਫਿਰ ਮੇਰੇ ਹਸਬੰਡ ਨੇ ਡਰਿੰਕ, ਕਿਉਂਕਿ ਹਸਬੰਡ ਮੇਰੇ ਡਰਿੰਕ ਬਹੁਤ ਕਰਦੇ ਆ, ਤੁਹਾਨੂੰ ਮੈਂ ਅੱਗੇ ਜਾ ਕੇ ਆਪਣੇ ਹਸਬੰਡ ਦਾ ਨਾਮ, ਪਿੰਡ ਦਾ ਨਾਮ ਸਭ ਕੁਝ ਮੈਂਸ਼ਨ ਕਰੂੰਗੀ। ਇੱਥੇ ਕੋਈ ਮੈਂ ਜਸਟਿਸ ਲੈਣ ਨਹੀਂ ਆਈ, ਇੱਥੇ ਮੇਰਾ ਗੱਲ ਕਰਨ ਦਾ ਜਿਹੜਾ ਮਕਸਦ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ, ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ, ਪਰ ਇਸ ਦੇ ਪਿੱਛੇ ਇੱਕ ਹੋਰ ਵੀ ਮਕਸਦ ਹੈ, ਮੈਂ ਉਹ ਵੀ ਤੁਹਾਨੂੰ ਦੱਸੂੰਗੀ। ਤਾਂ ਕੀ ਹੋਇਆ ਜੀ, ਹਸਬੰਡ ਦਾ ਮਤਲਬ ਡਰਿੰਕ ਕਰਦੇ ਆ ਬਹੁਤ ਜ਼ਿਆਦਾ, ਤੇ ਹਸਬੰਡ ਨੇ ਸ਼ਾਮ ਨੂੰ ਫੋਨ ਲਾ ਲਿਆ, ਡਰਿੰਕ ਕੀਤੀ ਹੋਈ ਸੀ ਤੇ ਸ਼ਰਾਬ ਪੀ ਕੇ ਕਹਿੰਦੇ ਆ ਕਿ ਮਜ਼ਾਕੀਆ ਤੌਰ ਤੇ ਮੈਨੂੰ ਡਾਇਰੈਕਟ ਨਹੀਂ ਕਹਿ ਰਹੇ ਕਿ ਜਿਹੜੀਆਂ ਸ਼ੂਸ਼ਕ ਹੁੰਦੀਆਂ ਨੇ ਉਹ ਤਾਂ ਫਿਰ ਕੜੇ ਤੇ ਛਾਪਾਂ ਦੀਆਂ ਸੋਨੇ ਦੀਆਂ ਹੁੰਦੀਆਂ ਗੱਡੀਆਂ ਦੀਆਂ, ਉਹ ਤਾਂ ਤੁਸੀਂ ਕੁੜੀ ਤੇ ਇਹਨਾਂ ਨੇ ਵੀ ਗੱਡੀ ਤਾਂ ਸਾਨੂੰ ਵੈਸੇ ਹੀ ਗਿਫਟ ਕੀਤੀ ਹੈ। ਜੋ ਸ਼ੂਸ਼ਕ ਹੁੰਦੀ ਹੈ ਉਹ ਮੁੰਡਾ ਹੋਣ ਤੇ ਹੁੰਦੀ ਹੈ ਐਗਜ਼ੈਕਟ, ਤੇ ਹੁਣ ਤਾਂ ਫਿਰ ਤੂੰ ਮੁੰਡਾ ਹੋਏ ਤੋਂ ਸਾਨੂੰ ਕੜੇ ਛਾਪਾਂ ਪਵਾਏਂਗੀ ਨਾ ਆਪਣੇ ਘਰਦਿਆਂ ਤੋਂ। ਜਦੋਂ ਇਸ ਤਰ੍ਹਾਂ ਦੀ ਗੱਲ ਕਹੀ ਤਾਂ ਮੈਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਸ਼ੌਕਡ ਕਰ ਗਈ ਕਿ ਇਹ ਫਿਰ ਤੋਂ ਮਤਲਬ ਸ਼ੂਸ਼ਕ ਦੀ ਮੰਗ ਕਰ ਰਹੇ ਨੇ। ਤਾਂ ਮੈਂ ਇਹ ਗੱਲ ਆਪਣੇ ਘਰਦਿਆਂ ਨੂੰ ਨਹੀਂ ਦੱਸੀ, ਪਰ ਜਿਵੇਂ ਕਹਿੰਦੇ ਆ ਨਾ ਕਿ ਮੇਰੇ ਨਾਨੀ ਜੀ ਨੇ ਇਹ ਗੱਲ ਕਿਤੇ ਸੁਣ ਲਈ ਮੈਨੂੰ ਇਸ ਤਰ੍ਹਾਂ ਕਰਦੇ ਆ, ਤਾਂ ਮੈਂ ਆਪਣੇ ਜਿਵੇਂ ਮੇਰੀ ਮਾਮੀ ਸੱਸ ਨੇ, ਮੇਰੇ ਹਸਬੰਡ ਦੇ ਮਾਮੀ ਨੇ ਜਿਹੜੇ, ਉਹ ਬਹੁਤ ਵਧੀਆ ਨੇ, ਬਹੁਤ ਚੰਗੀ ਨੇਚਰ ਆ ਉਹਨਾਂ ਦੀ। ਮੇਰੇ ਮਾਮਾ ਸਹੁਰਾ, ਮੇਰੀ ਮਾਮੀ ਸੱਸ ਬਹੁਤ ਵਧੀਆ ਨੇ, ਮੇਰੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਆ ਉਹਨਾਂ ਦੀ। ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਕਿ ਮਾਮੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਇਸ ਤਰ੍ਹਾਂ ਮੇਰੇ ਤੋਂ ਡਿਮਾਂਡ ਕੀਤੀ ਹੈ। ਅਸੀਂ ਗੱਲਾਂ ਕਰ ਰਹੇ ਸੀ ਤਾਂ ਮੇਰੀ ਨਾਨੀ ਜੀ ਨੇ ਉਹ ਗੱਲਾਂ ਸੁਣ ਲਈਆਂ ਤੇ ਮੈਨੂੰ ਕੁਝ ਨਹੀਂ ਦੱਸਿਆ। ਤੇ ਮੇਰੀ ਨਾਨੀ ਜੀ ਨੇ ਘਰੇ ਮੇਰੇ ਮਾਸੀ ਜੀ ਨਾਲ, ਮੇਰੀ ਮੰਮੀ ਨਾਲ ਤੇ ਘਰਦਿਆਂ ਨਾਲ ਡਿਸਕਸ ਕੀਤੀ, ਜਿਵੇਂ ਕਿ ਨਾਨਾ ਜੀ ਹੋ ਗਏ, ਮਾਮਾ ਜੀ ਹੋ ਗਏ, ਇਹਨਾਂ ਨਾਲ ਡਿਸਕਸ ਕਰਕੇ ਇਹ ਗੱਲ ਕੀਤੀ ਕਿ ਉਹ ਫਿਰ ਤੋਂ ਡਿਮਾਂਡ ਕਰ ਰਹੇ ਨੇ। ਤਾਂ ਸਾਰਿਆਂ ਨੇ ਮਿਲ ਕੇ ਇਹੀ ਸੋਚਿਆ ਕਿ ਸ਼ਾਇਦ ਉਹ ਕੁੜੀ ਨੂੰ ਤੰਗ ਨਾ ਕਰਨ, ਪਰੇਸ਼ਾਨ ਨਾ ਕਰਨ, ਕਿਉਂਕਿ ਉਹਨਾਂ ਨੂੰ ਆਲਰੇਡੀ ਪਤਾ ਸੀ ਕਿ ਮੈਂ ਕਿਸ ਪਰੇਸ਼ਾਨੀਆਂ ਚੋਂ ਗੁਜ਼ਰ ਰਹੀ ਹਾਂ, ਮੇਰੇ ਸਹੁਰਿਆਂ ਦਾ ਕਿਹੋ ਜਿਹਾ ਸੁਭਾਅ ਹੈ, ਕਿਸ ਤਰ੍ਹਾਂ ਦਾ ਮੇਰੇ ਨਾਲ ਵਰਤੀਰਾ ਕਰਦੇ ਨੇ। ਤਾਂ ਘਰ ਦੇ ਹਰ ਕੋਈ ਮਾਪਿਓ ਚਾਹੁੰਦਾ ਕਿ ਉਹਦਾ ਬੱਚਾ ਸੌਖਾ ਰਵੇ, ਜੇ 4 ਰੁਪਏ ਦੇ ਕੇ ਸੌਖਾ ਰਹਿੰਦਾ ਤੇ ਇਦਾਂ ਹੀ ਸਹੀ। ਪਰ ਇਹ ਗਲਤ ਗੱਲ ਹੁੰਦੀ ਹੈ ਕਿ ਜੇ ਆਪਾਂ ਇਹ ਸੋਚਦੇ ਹਾਂ ਕਿ ਪੈਸੇ ਦੇ ਕੇ ਆਪਣਾ ਧੀ ਪੁੱਤ ਸੌਖਾ ਰੱਖਿਆ ਜਾ ਸਕਦਾ, ਇਸ ਤਰ੍ਹਾਂ ਕਦੇ ਤਾਂ ਇਹ ਸਿਲਸਿਲਾ ਥਮੇਗਾ ਨਾ, ਫਿਰ ਤੁਸੀਂ ਕਿੰਨਾ ਕੁ ਪੈਸਾ ਦੇ ਕੇ ਉਹਨਾਂ ਦੇ ਮੂੰਹ ਭਰੀ ਜਾਓਗੇ। ਤਾਂ ਮੇਰੇ ਘਰਦਿਆਂ ਨੇ ਕਿਵੇਂ ਨਾ ਕਿਵੇਂ ਕਰਕੇ ਅਰੇਂਜਮੈਂਟ ਕੀਤਾ, ਕੁਝ ਮੇਰੇ ਮਾਸੀ ਜੀ ਨੇ, ਕੁਝ ਮੇਰੀ ਮੰਮੀ ਨੇ 1 ਸਾਲ ਦੇ ਵਿੱਚ ਜੋ ਵੀ ਸੇਵਿੰਗ ਕੀਤੀ ਸੀ, ਤਾਂ ਹੋ ਕਰਕੇ ਮੇਰੇ ਹਸਬੰਡ ਨੂੰ ਜਦੋਂ ਮੇਰੇ ਬੇਟਾ ਦੇਖਣ ਆਏ ਹੈ ਤਾਂ ਮੇਰੇ ਹਸਬੰਡ ਨੂੰ 1.25 ਤੋਲੇ ਦਾ ਸੋਨੇ ਦਾ ਕੜਾ, ਔਰ ਮੇਰੀ ਸੱਸ ਨੂੰ ਕੁਝ, ਮੈਨੂੰ ਐਗਜ਼ੈਕਟ ਹੁਣ ਯਾਦ ਨਹੀਂ ਹੈ, ਸ਼ਾਇਦ 골ਡ ਇੱਕ ਰਿੰਗ ਸੀ, ਤੇ ਕੱਪੜੇ ਵਗੈਰਾ, ਤੇ ਸਾਰਿਆਂ ਨੂੰ ਫਿਰ ਤੋਂ ਉਹੀ ਜੋ ਮੇਰੇ ਹਸਬੰਡ ਨੂੰ ਕੜਾ ਹੋ ਗਿਆ, ਉਸ ਦੇ ਵਿੱਚ ਮੇਰੇ ਬੇਟੇ ਨੂੰ ਕੁਝ ਸੋਨੇ ਦਾ ਕੁਝ ਪਾ ਕੇ ਦਿੱਤਾ ਇਹਨਾਂ ਨੇ, ਤੇ ਜੀ ਉਹੀ ਫਿਰ ਰੋਟੀ ਦਾ ਖਰਚਾ ਹੋਇਆ ਸਾਰਾ, ਟੈਂਟ ਵਗੈਰਾ ਲਗਾਏ ਗਏ, 25-30 ਬੰਦੇ ਇਹਨਾਂ ਦੇ ਹੋ ਗਏ, 15-20 ਬੰਦੇ ਕੁਝ ਸਾਡੇ ਹੋ ਗਏ, 50-60 ਕੁੱਲ ਮਿਲਾ ਕੇ ਹੋ ਗਏ ਸੀ ਜਿਨ੍ਹਾਂ ਦੀ ਰੋਟੀ ਦਾ ਅਰੇਂਜਮੈਂਟ ਕਰਨਾ ਸੀ। ਹੁਣ ਰੋਟੀ ਦੇ ਅਰੇਂਜਮੈਂਟ ਤੇ ਵੀ ਖਰਚਾ ਹੁੰਦਾ ਹੀ ਹੈ,
ਕੋਈ ਚੱਕਰ ਨਹੀਂ ਸੀਗਾ, ਘਰ ਦੇ ਕਰ ਸਕਦੇ ਸੀਗੇ। ਮੇਰੇ ਨਾਨਕੇ ਇੰਨੇ ਸਮਰੱਥ ਸੀਗੇ ਕਿ ਮੈਨੂੰ ਦੂਰੀ ਵਾਰ ਫਿਰ ਤੋਂ 2 ਲੱਖ ਰੁਪਏ ਦੀ ਸ਼ੂਸ਼ਕ ਦੇ ਸਕਦੇ ਸੀ, ਜਦ ਕਿ ਮੇਰੀ ਗੁੜੀਆ ਹੋਈ ਤੋਂ ਵੀ ਸਾਨੂੰ 1.5-2 ਲੱਖ ਰੁਪਏ ਦਾ ਖਰਚਾ ਕਰਕੇ ਮੈਨੂੰ ਤੋਰ ਕੇ ਹਟੇ ਸੀ। ਦੁਬਾਰਾ ਫਿਰ ਤੋਂ 2 ਲੱਖ ਰੁਪਏ ਦਾ ਖਰਚਾ ਉਹਨਾਂ ਨੇ ਕਰਤਾ। ਪਰ ਗੱਲ ਇੱਥੇ ਸਮਰੱਥ ਹੋਣ ਦੀ ਨਹੀਂ ਸੀ, ਇੱਥੇ ਗੱਲ ਇਹ ਸੀਗੀ ਕਿ ਮੇਰੇ ਨਾਨਕੇ ਮੇਰੀ ਮਾਮੀ ਵੀ ਰਹਿੰਦੇ ਆ, ਉਹਨਾਂ ਦੇ ਵੀ 2 ਬੱਚੇ ਨੇ ਮੇਰੇ ਮਾਮਾ ਜੀ ਦੇ, ਤੇ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਨਾ ਕਿ ਅਸੀਂ ਬਗਾਨੇ ਬੱਚੇ ਤੇ ਖਰਚਾ ਕਰ ਰਹੇ ਹੈਗੇ। ਸਾਡਾ ਆਪਣੇ ਵੀ ਬੱਚਿਆਂ ਦਾ ਭਵਿੱਖ ਹੈ, ਅਸੀਂ ਬਾਰ-ਬਾਰ ਇਹਦੇ ਸਹੁਰਿਆਂ ਨੂੰ ਕਿੱਦਾਂ ਪੂਰਾ ਆ ਸਕਦੇ ਹਾਂ, ਚਾਹੇ ਉਹ ਬੋਲ ਕੇ ਨਹੀਂ ਕਹਿੰਦੇ ਸੀਗੇ, ਪਰ ਸਾਨੂੰ ਪਤਾ ਸੀ ਨਾ ਇਸ ਚੀਜ਼ ਦਾ ਕਿ ਉਹਨਾਂ ਦੇ ਜ਼ਿਹਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਹੋਏਗੀ। ਤਾਂ ਖੁਦ ਨੂੰ ਵੀ ਬੁਰਾ ਲੱਗਦਾ ਸੀ ਕਿ ਇਹਨਾਂ ਦੀਆਂ ਫਰਮਾਇਸ਼ਾਂ ਤੇ ਡਿਮਾਂਡਾਂ ਰੋਜ਼ ਵੱਧਦੀਆਂ ਹੀ ਜਾ ਰਹੀਆਂ। ਤਾਂ ਚਲੋ ਜੀ, ਘਰਦਿਆਂ ਨੇ ਕਿਹਾ ਕਿ ਚਲੋ ਇਹ ਲਾਸਟ ਵਾਰ ਸੀਗਾ, ਆਪਾਂ ਇਸ ਵਾਰੀ ਕਰ ਦਿੰਨੇ ਹੈਗੇ, ਕਿਉਂਕਿ ਹੁਣ ਬੇਟਾ ਹੋ ਗਿਆ, ਬੇਟੀ ਹੋ ਗਈ ਹੈ ਤੇ ਹੁਣੇ ਆਪਣੇ ਘਰ ਸੌਖੀ ਵਸੂਗੀ ਸਾਡੀ ਕੁੜੀ। ਚਲੋ ਇੰਨੇ ਕੇ ਪੈਸਿਆਂ ਨਾਲ ਜੇ ਠੀਕ ਹੋ ਜਾਂਦਾ ਮਾਮਲਾ। ਤਾਂ ਘਰਦਿਆਂ ਨੇ 골ਡ ਦਾ ਕੜਾ ਮੇਰੇ ਬੇਟੇ ਨੂੰ, ਮੇਰੇ ਹਸਬੈਂਡ ਨੂੰ, ਤੇ ਸਾਰਾ ਕੁਝ ਕੁੱਲ ਮਿਲਾ ਕੇ ਸਾਡਾ 2 ਲੱਖ ਰੁਪਏ ਦਾ ਖਰਚਾ ਉਸ ਟਾਈਮ ਤੇ ਹੋ ਗਿਆ ਸੀ। ਅੱਜ ਤੋਂ ਮੇਰਾ ਬੇਟਾ ਜਿਵੇਂ 10 ਸਾਲ ਦਾ ਹੋ ਗਿਆ, ਤੇ ਇਹ 10-9 ਸਾਲ 10.5 ਸਾਲ ਪਹਿਲਾਂ ਦੀ ਗੱਲ ਹੈ ਜਿਵੇਂ ਕਿ। ਤਾਂ ਉਸ ਟਾਈਮ ਦੇ ਵਿੱਚ 2 ਲੱਖ ਰੁਪਇਆ ਵੀ ਕਾਫੀ ਇੰਪੋਰਟੈਂਸ ਰੱਖਦਾ ਸੀਗਾ। 10 ਸਾਲ ਪਹਿਲਾਂ 2 ਲੱਖ ਰੁਪਇਆ ਬਹੁਤ ਹੁੰਦਾ ਸੀ। ਤਾਂ ਘਰਦਿਆਂ ਨੇ ਜੀ ਇਹ ਸਾਰਾ ਖਰਚਾ ਕਰਕੇ ਸਾਰੇ ਘਰਦਿਆਂ ਨੂੰ, ਮਤਲਬ ਮੇਰੇ ਸਹੁਰੇ ਪਰਿਵਾਰ ਨੂੰ, ਸਭ ਨੂੰ ਖੁਸ਼ ਕਰਕੇ ਭੇਜਿਆ। ਪਰ ਬਦਲੇ ਦੇ ਵਿੱਚ ਤੁਸੀਂ ਮੇਰੇ ਘਰਦਿਆਂ ਤੋਂ ਇੰਨੀ ਡਿਮਾਂਡ ਕੀਤੀ, ਦੂਰੀ ਵਾਰ ਫਿਰ ਤੋਂ ਸ਼ੂਸ਼ਕ ਮੰਗੀ, ਪਰ ਤੁਹਾਨੂੰ ਵੀ ਤਾਂ ਲੈ ਕੇ ਆਣਾ ਬਣਦਾ ਸੀ ਨਾ ਕੁਛ। ਜਦੋਂ ਮੇਰੇ ਬੇਟੇ ਦਾ ਇਹ ਮੂੰਹ ਦੇਖਣ ਆਏ ਆ, ਤਾਂ ਹੁਣ ਤੁਸੀਂ ਧਿਆਨ ਨਾਲ ਸੁਣਿਓ ਮੇਰੀ ਗੱਲ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਮੇਰੇ ਬੇਟੇ ਲਈ ਇਹ 5 ਸੂਟ ਲੈ ਕੇ ਆਏ ਨੇ, ਮੇਰੀ ਬੇਟੀ ਲਈ ਕੁਝ ਨਹੀਂ ਲੈ ਕੇ ਆਏ। ਮੇਰੇ ਬੇਟੇ ਦੇ 5 ਸੂਟ ਨੇ, ਜਿਨ੍ਹਾਂ ਦੇ ਵਿੱਚੋਂ 1-2 ਹੀ ਬੱਚੇ ਨੂੰ ਪਹਿਨਾਉਣ ਦੇ ਯੋਗ ਸੀਗੇ, ਬਾਕੀ ਨਹੀਂ ਬੱਚਾ ਪਾ ਸਕਦਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਟਫ ਸੂਟ ਸੀਗੇ। ਚਲੋ ਸੂਟਾਂ ਦੀ ਗੱਲ ਇੱਕ ਸਾਈਡ ਤੇ। ਫਿਰ ਇਹ ਘਿਓ ਦਾ ਸਮਾਨ ਘਿਓ ਨਹੀਂ ਲੈ ਕੇ ਆਏ। ਮੈਨੂੰ ਕੁਝ 2100 ਵਗੈਰਾ ਏਦਾਂ ਰੁਪਈਆ ਦੇਤਾ ਇਹਨਾਂ ਨੇ, ਸਾਰੇ ਰਿਸ਼ਤੇਦਾਰ ਇਹਨਾਂ ਦੇ ਆਏ ਹੋਏ ਸੀ, ਉਹਨਾਂ ਦੇ ਸਾਹਮਣੇ, ਕਿ ਇਹ ਤੇਰੀ ਪੰਜੀਰੀ ਦਾ ਜੋ ਵੀ ਜਨੇਪੇ ਦਾ ਸਮਾਨ ਹੁੰਦਾ ਹੈ, ਇਹ ਤੈਨੂੰ ਇਹ ਪੈਸੇ 2100 ਰੁਪਇਆ। ਮੇਰੇ ਬੱਚੇ ਨੂੰ 5 ਸੂਟ, ਮੈਨੂੰ 2 ਸੂਟ। ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਨੂੰ 골ਡ ਦੀ ਰਿੰਗ ਲੈ ਕੇ ਆਏ, ਔਰ ਉਹ ਰਿੰਗ ਬਿਲੀਵ ਕਰਿਓ, ਔਰ ਨਾਮ ਦੀ ਰਿੰਗ ਸੀ, ਸਿਰਫ 2 ਗ੍ਰਾਮ ਦੀ ਰਿੰਗ। ਸੁਨਾਰਾ ਵੀ ਹੈਰਾਨ ਸੀ, ਜਿਸ ਨੂੰ ਮੈਂ ਬਾਅਦ ਚ ਦਿਖਾਈ ਕਿ ਇਹ ਰਿੰਗ ਆਖਿਰ ਬਣਾਈ ਕਿਵੇਂ ਗਈ ਹੈ। 2 ਗ੍ਰਾਮ ਦੀ ਰਿੰਗ ਨੂੰ ਇੰਨੀ ਫਲਾਵਟ ਦੇ ਕੇ ਬਣਾਇਆ ਗਿਆ ਕਿ ਉਹ ਅੰਗੂਠੀ ਉਂਗਲੀ ਦੇ ਵਿੱਚ 2 ਵਾਰ ਪਾਉਣ ਤੋਂ ਬਾਅਦ ਤੀਸਰੀ ਵਾਰ ਰਿਮੂਵ ਕਰਨ ਵੇਲੇ ਉਹ ਅੰਗੂਠੀ ਦਾ ਜਿਹੜਾ ਜੁਆਇੰਟ ਸੀਗਾ ਇਸ ਸਾਈਡ ਤੋਂ, ਉਹ ਖੁੱਲ ਗਿਆ, ਉਹ ਟੁੱਟ ਗਈ ਹੈ। ਔਰ ਉਹ ਅੰਗੂਠੀ ਵੀ ਇਹਨਾਂ ਨੇ ਮੇਰੇ ਤੋਂ ਵਾਪਸ ਲੈ ਲਈ ਹੈ ਮੇਰੇ ਸਹੁਰੇ ਘਰ ਜਾਣ ਤੋਂ ਬਾਅਦ, ਜਦੋਂ ਮੈਂ ਬੇਟਾ ਲੈ ਕੇ ਵਾਪਸ ਚਲੀ ਜਾਨੀ ਹੈ। ਤੁਸੀਂ ਦੇਖੋ, ਤੁਸੀਂ 2 ਗ੍ਰਾਮ ਦੀ ਰਿੰਗ ਲੈ ਕੇ ਆਏ ਹੋ ਜਿਹੜੀ ਪੱਤੇ ਤੋਂ ਵੀ ਹਲਕੀ ਹੈ, ਤੇ ਮੇਰੇ ਬੇਟੇ ਲਈ ਕੁਝ ਨਹੀਂ ਲੈ ਕੇ ਆਏ ਹੋ। ਚਾਂਦੀ ਦੇ ਸਗਲੇ ਤੱਕ ਨਹੀਂ ਲੈ ਕੇ ਗਏ, ਜਿਹੜੇ ਸਗਲੇ ਮਤਲਬ ਸਮਝ ਗਏ ਹੋਗੇ, ਬੱਚੇ ਦੇ ਛੋਟੇ ਦੇ ਹੱਥਾਂ 'ਚ ਘੁੰਗਰੂਆਂ ਵਾਲੇ ਕੜੇ ਪਾਏ ਜਾਂਦੇ ਆ, ਉਹ ਵੀ ਮੇਰੇ ਬੇਟੇ ਲਈ ਨਹੀਂ ਲੈ ਕੇ ਆਏ ਆ। ਹੁਣ ਬੱਚੇ ਦੀ ਭੂਆ ਵੀ ਆਈ, ਜਾਨੀ ਕਿ ਮੇਰੀ ਨਨਾਣ। ਤਾਂ ਕੁੱਲ ਮਿਲਾ ਕੇ ਮੈਨੂੰ 2100 ਰੁਪਇਆ ਮੇਰੇ ਜਨੇਪੇ ਵਾਲੀ ਪੰਜੀਰੀ ਦਾ, 5 ਸੂਟ ਮੇਰੇ ਬੇਟੇ ਦੇ ਤੇ 2 ਸੂਟ ਇਹ ਮੇਰੇ, ਉਹ ਵੀ ਦੇਖਣ ਯੋਗ ਨਹੀਂ ਸੀਗੇ ਸੂਟ। ਚਲੋ ਮੈਂ ਸੂਟਾਂ ਦੇ ਮਾਮਲੇ ਵਿੱਚ ਇੱਥੇ ਮੈਂ ਕਦੇ ਕਿਸੇ ਇਹਨਾਂ ਨਾਲ ਬਹਿਸ ਨਹੀਂ ਕੀਤੀ, ਕਿ ਨਾ ਹੀ ਮੈਂ ਇਹਨਾਂ ਨੂੰ ਸੁਨਾਵੀ ਕੀਤੀ ਹੈ। ਜੋ ਸੀ ਇਹ ਕਰਤੂਤ ਕਰਕੇ ਗਏ, ਉਹ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਦੇਖੀ, ਤੇ ਸਾਡੇ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਨੇ ਵੀ ਬਖੂਬੀ ਦੇਖੀ, ਤੇ ਸਾਰਿਆਂ ਨੇ ਲੱਖ ਦੀ ਲਾਹਨਤ ਵੀ ਪਾਈ ਕਿ ਇਸ ਤਰ੍ਹਾਂ ਦੇ ਵੀ ਹੁੰਦੇ ਹੈਗੇ। ਤੇ ਹੁਣ ਪਿੰਡ ਦੇ ਵਿੱਚ ਤਾਂ ਮੇਰੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ, ਇੱਥੇ ਮੇਰੇ ਨਾਨਕਾ ਪਿੰਡ, ਕਿ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ ਕਿ ਕੁੜੀ ਬਹੁਤ ਹੀ ਗਰੀਬ ਘਰ ਵਿਆਹੀ ਹੋਈ ਹੈ, ਜਦਕਿ ਏਦਾਂ ਕੁਝ ਨਹੀਂ। ਮੇਰੇ ਸਹੁਰਿਆਂ ਨੂੰ ਬਹੁਤ ਜ਼ਿਆਦਾ ਮੋਟੀ ਜ਼ਮੀਨ ਆਉਂਦੀ ਹੈ, ਮੋਟਾ ਪੈਸਾ ਹੈ, ਪਰ ਦਿਲ ਦੇ ਕੰਜੂਸ, ਛੋਟੀ ਸੋਚਦੇ ਤੇ ਬਹੁਤ ਹੀ ਜ਼ਿਆਦਾ, ਜਿਹਨੂੰ ਚੀਪ ਸੋਚ ਕਹਿ ਲਓ ਤੁਸੀਂ, ਜਾਂ ਤੁਸੀਂ ਕੁਝ ਵੀ ਲਗਾ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਉਹਨਾਂ ਦੀ ਮੈਂਟੈਲਿਟੀ ਹੈ। ਮੈਂ ਬਿਆਨ ਨਹੀਂ ਕਰ ਪਾ ਰਹੀ ਇੱਥੇ ਵੀ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹਨਾਂ ਦਾ ਕੀ ਹਿਸਾਬ ਕਿਤਾਬ ਰਿਹਾ ਹੋਣਾ, ਜੋ ਆਪਣੇ ਨੂੰਹ ਆਪਣੇ ਪੁੱਤ ਪੋਤੇ ਨਾਲ ਇਸ ਤਰ੍ਹਾਂ ਕਰਦੇ ਨੇ। ਤਾਂ ਜੀ ਉਹਨਾਂ ਨੇ ਰਿਸ਼ਤੇਦਾਰਾਂ ਦੇ ਵਿੱਚ ਵੀ ਇੱਥੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਸਾਡੇ ਰਿਸ਼ਤੇਦਾਰਾਂ 'ਚ ਵੀ ਬੇਇੱਜ਼ਤੀ ਹੋ ਗਈ। ਤਾਂ ਹੁਣ ਮੇਰੇ ਨਾਨਕੇ ਪਰਿਵਾਰ ਵੀ ਸ਼ਰਮ ਮੰਨਣੀ ਸ਼ੁਰੂ ਕਰਤੀ ਕਿ ਯਾਰ ਸਾਡੇ ਵੀ ਇੱਥੇ ਰਿਸ਼ਤੇਦਾਰੀ ਦੇ ਵਿੱਚ ਵੀ ਬੇਇੱਜ਼ਤੀ ਹੋ ਰਹੀ ਹੈ। ਸਾਰੇ ਰਿਸ਼ਤੇਦਾਰ ਇਹ ਕਹਿ ਰਹੇ ਆ ਕਿ ਇਹਨਾਂ ਨੇ ਕੁੜੀ ਕਿਹੇ ਜੇ ਘਰ ਵਿਆਹੀ ਹੋਈ ਹੈ, ਜੋ ਆਪਣਾ ਪੋਤਾ ਦੇਖਣ ਆਏ ਤਾਂ ਇਸ ਤਰ੍ਹਾਂ ਦੀ ਹਰਕਤ ਕਰਕੇ ਗਏ ਹੈ, ਤੇ ਇਹਨਾਂ ਤੋਂ ਭਰ ਕੇ ਸਮਾਨ ਲੈ ਕੇ ਗਏ ਹੈ। ਚਲੋ ਇਸ ਗੱਲ ਨੂੰ ਵੀ ਪਿੱਛੇ ਛੱਡਦੇ ਹੋਏ ਅਸੀਂ ਅੱਗੇ ਵਧੇ ਆ। ਤਾਂ ਲੋਕਾਂ ਦੀਆਂ ਚਲੋ ਗੱਲਾਂ ਹੁੰਦੀਆਂ, ਲੋਕਾਂ ਦੇ ਮੂੰਹ ਹੁੰਦੇ ਹੈਗੇ, ਲੋਕ ਤਾਂ ਕਹਿੰਦੇ ਰਹਿੰਦੇ ਆ। ਅਸੀਂ ਇਸ ਚੀਜ਼ ਨੂੰ ਛੱਡ ਕੇ ਅਸੀਂ ਆਪਣੀ ਜ਼ਿੰਦਗੀ ਸੁਖਾਲੀ ਦੇਖੀ ਕਿ ਚਲੋ ਹੁਣ ਇੰਨਾ ਦੇਣ ਕਰਨ ਤੋਂ ਬਾਅਦ ਹੁਣ ਸਾਡਾ, ਮੇਰੇ ਘਰਦਿਆਂ ਨੇ ਸੋਚਿਆ ਕਿ ਸਾਡੀ ਧੀ ਦੀ ਜ਼ਿੰਦਗੀ ਸੌਖੀ ਹੋਣੀ ਹੈ। ਪਰ ਸੌਖੀ ਤਾਂ ਜੀ ਦੇਖੋ, ਜਦੋਂ ਕਿਸਮਤ ਦੇ ਵਿੱਚ ਮਾੜੇ ਬੰਦਿਆਂ ਨਾਲ ਵਾਹ ਪੈ ਜਾਂਦਾ ਤਾਂ ਫਿਰ ਸੌਖਾ ਸ਼ਬਦ ਕਿਸਮਤ ਚੋਂ ਡਿਲੀਟ ਹੋ ਜਾਂਦਾ ਹੈ। ਮੈਂ ਮੇਰਾ ਬੇਟਾ ਲੈ ਕੇ ਚਲੀ ਗਈ ਹਾਂ।
ਮੇਰੇ ਸਹੁਰੇ ਘਰ ਮੈਨੂੰ ਇੱਥੇ ਇੱਕ ਗੱਲ ਯਾਦ ਆਈ ਹੈ, ਕਿਉਂਕਿ ਮੈਂ ਇੱਥੇ ਜੋ 2 ਮਿੰਟ ਸਾਇਲੈਂਟ ਹੋਈ ਹਾਂ, ਮੈਨੂੰ ਯਾਦ ਆਇਆ ਕਿ ਮੇਰਾ ਬੇਟਾ ਜਿਹੜਾ ਦੇਖਣ ਆਇਆ ਸੀ, ਮਹੀਨੇ ਦਾ ਨਹੀਂ ਦੇਖਣ ਆਇਆ ਸੀ, ਇਹ 13 ਦਿਨਾਂ ਦਾ ਮੇਰਾ ਬੇਟਾ ਦੇਖਣ ਆਇਆ ਸੀ। ਕਿਉਂਕਿ 20 ਦਿਨਾਂ ਦਾ ਬੇਟਾ ਲੈ ਕੇ ਮੈਂ ਆਪਣੇ ਸਹੁਰੇ ਪਰਿਵਾਰ, ਇਹਨਾਂ ਨੇ ਕੁਝ ਸੁੱਖ ਵਗੈਰਾ ਦੇਣੀ ਸੀਗੀ, ਕਹਿੰਦੇ ਸੀਗੇ ਕਿ ਬੱਚਾ ਛੱਡ ਕੇ ਜਾਓ, ਸੁੱਖ ਦਵਾਲ ਜਾਓ ਤੇ ਵਾਪਸ ਪੁੱਠਾ ਫਿਰ ਤੋਂ ਲੈ ਜਾਓ। ਮੇਰਾ ਇਹ ਬੇਟਾ 13 ਦਿਨਾਂ ਦਾ ਦੇਖਣ ਆਇਆ ਸੀ। ਸੋ 20 ਦਿਨਾਂ ਦਾ ਜਦੋਂ ਮੇਰਾ ਬੇਟਾ ਹੋ ਜਾਂਦਾ ਹੈ ਤਾਂ ਇਹ ਮੇਰੇ ਮੰਮਾ ਜੀ ਫੋਨ ਕਰਦੇ ਆ ਕਿ ਤੁਸੀਂ ਆਪਣੇ ਘਰ ਸੁੱਖ ਦੇਣੀ ਹੈ ਤਾਂ ਤੁਸੀਂ ਵੀ ਬੱਚੇ ਨੂੰ ਲੈ ਜਾਓ ਤੇ ਅਸੀਂ ਵਾਪਸ ਲੈ ਜਾਾਂਗੇ, 1-2 ਦਿਨ ਤੁਸੀਂ ਰੱਖ ਲਿਓ, ਅਸੀਂ ਵਾਪਸ ਲੈ ਜਾਾਂਗੇ। ਤਾਂ ਉਹ ਮਨਾ ਕਰ ਦਿੰਦੇ ਆ ਕਿ ਨਹੀਂ, ਅਸੀਂ ਨਹੀਂ ਲੈ ਕੇ ਜਾਣਾਗਾ, ਤੁਸੀਂ, ਸਾਡੇ ਕੋਲ ਟਾਈਮ ਹੈ ਨਹੀਂ, ਪਰ ਅਸੀਂ ਸੁੱਖ ਵੀ ਦੇਣੀ ਹੈਗੀ, ਪੁੰਨਿਆ ਆ ਗਈ ਹੈ, ਅਸੀਂ ਕੜਾਈਆਂ ਦੇਣੀਆਂ, ਬਾਬੇ ਦਾ ਘੋੜਾ ਛੱਡਣਾ ਹੈ, ਜੋ ਵੀ ਹੁੰਦੀਆਂ, ਤੇ ਤੁਸੀਂ ਵੀ ਬੱਚਾ ਛੱਡ ਕੇ ਜਾਓ ਇਹਨਾਂ ਦੋਨਾਂ ਨੂੰ। ਤਾਂ ਮੇਰੇ ਇੱਥੋਂ ਨਾਨਾ ਜੀ ਨੇ ਵਿਚਾਰੇ ਨੇ ਕੰਮ ਛੱਡਿਆ, ਮੇਰੇ ਮਾਮਾ ਜੀ ਮੈਨੂੰ ਗੱਡੀ ਤੇ ਛੱਡ ਕੇ ਆਏ, ਤੇ ਜਦੋਂ ਮੇਰੀ ਨਾਲ ਮੰਮੀ ਚਲੇ ਗਏ ਆ, ਮੇਰੇ ਮਾਮਾ ਜੀ ਮੈਨੂੰ ਛੱਡ ਕੇ ਵਾਪਸ ਆ ਜਾਂਦੇ। ਮੇਰੀ ਮੰਮੀ ਨੂੰ ਮੇਰੇ ਨਾਲ ਉੱਥੇ ਮੇਰੇ ਸਹੁਰੇ ਘਰ 2 ਦਿਨਾਂ ਲਈ ਛੱਡਿਆ ਜਾਂਦਾ ਕਿ ਇਹ ਸੁੱਖ ਵਗੈਰਾ ਦੇ ਲੈਣਗੇ, ਉਸ ਤੋਂ ਬਾਅਦ ਬੱਚਾ ਛੋਟਾ ਹੈ, ਹਜੇ 20 ਦਿਨ ਦਾ, ਤੇ ਮੈਂ ਵਾਪਸ ਫਿਰ ਤੋਂ ਆਪਣੇ ਵੀ ਨਾਨਕੇ ਘਰ ਕੁਝ ਦਿਨ ਹੋਰ ਲਗਾ ਲੂੰਗੀ ਤੇ ਪ੍ਰੋਪਰ ਠੀਕ ਹੋ ਕੇ ਮੈਂ ਵਾਪਸ ਆ ਜਾਊਂਗੀ। ਤੇ ਜਦੋਂ ਮੈਂ ਇਸ ਤਰ੍ਹਾਂ ਉੱਥੇ ਗਈ ਐ ਤੇ ਮੇਰਾ ਬੇਟਾ 20 ਦਿਨ ਦਾ ਸੀਗਾ। ਹੁਣ 20 ਦਿਨ ਦੇ ਬੇਟੇ ਦਾ ਜਦੋਂ ਮੇਰਾ ਪਹਿਲੇ ਦਿਨ ਜਾ ਕੇ ਸੁੱਖ ਦਿੱਤੀ ਹੈ ਤਾਂ ਸ਼ਾਮ ਦੇ ਟਾਈਮ ਮੇਰੀ ਸੱਸ ਤੇ ਮੇਰਾ ਸਹੁਰਾ, ਹੌਦ ਨਹੀਂ ਬਣੇ ਹੁੰਦੇ ਪਾਣੀ ਦੇ ਵਿੱਚ, ਇੱਕ ਡੱਗੀਆਂ ਜਿਹਦੇ ਵਿੱਚ ਪਾਣੀ ਸਟੋਰ ਕਰਕੇ ਆਪਾਂ ਘਰਾਂ ਦੇ ਵਿੱਚ ਰੱਖਦੇ, ਕਈ ਡੱਗੀਆਂ ਬੋਲਦੇ ਆ, ਕਈ ਹੌਦ ਬੋਲਦੇ ਆ, ਕਈ ਹੌਦੀਆਂ ਕਹਿੰਦੇ ਆ, ਅਲੱਗ-ਅਲੱਗ ਨਾਮਾਂ ਨਾਲ ਬਣਾਉਂਦੇ, ਹੁਣ ਪਤਾ ਨਹੀਂ ਇਹਨੂੰ ਹੋਰ ਕੀ ਕਹਿੰਦੇ ਆ, ਸਾਡੇ ਹੌਦ ਕਹਿੰਦੇ ਆ ਪਾਣੀ ਵਾਲਾ। ਸੋ ਉਹਦੇ ਉੱਤੇ ਕੱਪੜਿਆਂ ਵਾਲੀ ਤਾਰ ਲੱਗਦੀ ਸੀਗੀ ਤੇ ਮੇਰੇ ਸਹੁਰਾ ਸਾਹਿਬ ਨੇ ਉੱਥੇ ਤਾਰ ਤੇ ਦਹੀਂ ਟੰਗਣ ਲਈ ਦੁੱਧ ਨੂੰ ਜੋ ਜਾਗ ਲਾਇਆ ਹੁਣ ਰਾਤ ਨੂੰ, ਤਾਂ ਉਹ ਮੇਰੀ ਸੱਸ ਨੇ ਉਹਨਾਂ ਨੂੰ ਫੜਾਇਆ ਉੱਪਰ, ਉਹ ਹੌਦ ਦੇ ਉੱਪਰ ਚੜ ਕੇ ਤਾਰ ਤੇ ਬੰਨ ਰਹੇ ਸੀ ਕਿ ਕੋਈ ਬਿੱਲੀ ਵਗੈਰਾ ਨਾ ਡੋਲਦੇ, ਜਾਗ ਵਾਲਾ ਦੁੱਧ ਸੀ। ਤਾਂ ਜਦੋਂ ਟੰਗਣ ਲੱਗੇ ਆ ਤਾਂ ਮੇਰੀ ਸੱਸ ਵੀ ਉਹਨਾਂ ਦੇ ਨਾਲ, ਉਹ ਕਾਫੀ ਡੂੰਘਾ ਹੌਦ ਸੀਗਾ, ਬਹੁਤ ਡੂੰਘਾ ਤੇ ਬਹੁਤ ਹੀ ਚੌੜਾ ਸੀ, ਵੱਡਾ ਹੌਦ ਬਣਾਇਆ ਸੀ। ਤਾਂ ਉਹਦੇ ਉੱਪਰ ਚੜ ਜਾਂਦੇ, ਉਹ ਆਪ ਤਾਰ ਨੂੰ ਪਕੜਨ ਲਈ ਕਿ ਮੈਂ ਪਕੜਦੀ ਹਾਂ ਤਾਰ ਨੂੰ ਇਸ ਤਰ੍ਹਾਂ ਕਰਕੇ ਤੇ ਤੁਸੀਂ ਇਹਦੇ ਉੱਪਰ ਦੁੱਧ ਦਹੀਂ ਵਾਲਾ ਜੋ ਡੋਲੂ ਹੈ ਉਹਨੂੰ ਤੁਸੀਂ ਉੱਪਰ ਬੰਨ੍ਹ ਦਿਓ। ਤਾਂ ਜਦੋਂ ਮੇਰੀ ਸੱਸ ਚੜਦੀ ਹੈ ਤਾਰ ਨੂੰ ਫੜ ਕੇ ਨੀਚੇ ਕਰਦੀ ਹੈ ਔਰ ਮੇਰਾ ਸਹੁਰਾ ਸਾਹਿਬ ਉੱਪਰੋਂ ਬੰਨ੍ਹ ਰਹੇ ਨੇ, ਉਹਨੂੰ ਤਾਰ ਦੇ ਉੱਪਰ ਡੋਲੂ ਟੰਗ ਰਹੇ ਨੇ, ਤਾਂ ਅਚਾਨਕ ਕੀ ਹੁੰਦਾ ਕਿ ਜਿਹੜੀ ਹੌਦ ਦੀ ਛੱਤ ਹੁੰਦੀ ਹੈ ਉਹਦੇ ਉੱਪਰ ਨਲਕਾ ਲੱਗਿਆ ਹੋਇਆ ਸੀ, ਹੌਦ ਦੀ ਸਾਰੀ ਛੱਤ ਟੁੱਟ ਜਾਂਦੀ ਹੈ, ਗੋਲ ਪ੍ਰੋਪਰ ਵਿਚਾਲੋਂ ਨਹੀਂ, ਸਾਰੀ ਗੋਲ ਟੁੱਟ ਕੇ ਹੌਦ ਦੇ ਅੰਦਰ ਚਲੀ ਜਾਂਦੀ ਹੈ। ਔਰ ਦੋਨੋਂ ਮੇਰੇ ਸੱਸ ਤੇ ਸਹੁਰਾ ਉਸ ਹੌਦ ਦੇ ਵਿੱਚ ਅੰਦਰ ਜ਼ਖਮੀ ਹੋ ਜਾਂਦੇ, ਡਿੱਗ ਜਾਂਦੇ। ਉੱਥੇ ਰੌਲਾ ਪੈ ਜਾਂਦਾ, ਭਗਦੜ ਮਚ ਜਾਂਦੀ ਹੈ। ਹੁਣ ਮੇਰਾ 20 ਦਿਨਾਂ ਬੱਚਾ, ਮੇਰਾ ਆਖਰੀ ਮੇਰੇ ਵੀ ਸਟਿਚਸ ਵਗੈਰਾ ਲੱਗੇ ਹੋਏ ਸੀਗੇ, ਤਾਂ ਉਸ ਭੱਜ ਦੌੜ ਦੇ ਵਿੱਚ ਮੇਰੇ ਸਟਿਚਸ ਵੀ ਡੈਮੇਜ ਹੋ ਜਾਂਦੇ ਆ, ਮੈਨੂੰ ਵੀ ਤਕਲੀਫ ਹੋ ਰਹੀ ਹੁੰਦੀ ਉਸ ਟਾਈਮ ਤੇ। ਭੱਜ ਦੌੜ ਦੇ ਵਿੱਚ ਮੇਰਾ ਕੋਈ ਧਿਆਨ ਨਹੀਂ ਰਹਿੰਦਾ, ਬੱਚੇ ਦਾ ਕੋਈ ਧਿਆਨ ਨਹੀਂ ਰਹਿੰਦਾ, ਪਰ ਉਸ ਟਾਈਮ ਤੇ ਮੈਨੂੰ ਆਪਣੀ ਤਕਲੀਫ ਨਾਲੋਂ ਉਸ ਮੌਕੇ ਤੇ ਇਹ ਸੀਗਾ ਕਿ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ। ਤਾਂ ਲੋਕ ਭੱਜ ਨੱਠ ਕਰਕੇ ਆਉਂਦੇ ਆ, ਤਾਂ ਬਾਹਰੋਂ ਬਹੁਤ ਮਿਹਨਤ ਮੁਸ਼ੱਕਤ ਦੇ ਨਾਲ ਮੇਰੇ ਸਹੁਰਾ ਸਾਹਿਬ ਨੂੰ ਬਾਹਰ ਕੱਢਿਆ ਜਾਂਦਾ ਤੇ ਸੱਸ ਨੂੰ ਮੇਰੀ ਨੂੰ ਬਹੁਤ ਮਿਹਨਤ ਦੇ ਨਾਲ ਬਾਹਰ ਕੱਢਿਆ ਜਾਂਦਾ, ਕਿਉਂਕਿ ਮੇਰੇ ਸੱਸ ਬਹੁਤ ਹੀ ਭਾਰੇ ਸਰੀਰ ਦੇ ਨੇ। ਸਹੁਰਾ ਸਾਹਿਬ ਦੇ ਮੇਰੇ ਸੱਟ ਲੱਗੀ ਪਰ ਥੋੜੇ ਵਿਚਾਰ ਰਹਿ ਗਿਆ, ਉਹਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ ਸੀ ਉਹਦੇ ਤੇ ਥੋੜੇ ਮਣਕੇ ਵਗੈਰਾ ਦਬ ਗਏ, ਸੱਟ ਆਈ, ਜ਼ਖਮ ਵੀ 1-2 ਹੋਏ ਉਹਨਾਂ ਦੇ ਪੈਰ ਤੇ, ਪਰ ਉਹ ਜਲਦੀ ਰਿਕਵਰ ਕਰ ਗਏ। ਹੁਣ ਮੇਰੀ ਸੱਸ ਦੀ ਜਿਹੜੇ ਉਹਨਾਂ ਦੇ ਪੈਰ ਤੇ ਹੱਡੀ ਸੀ ਜਿਹੜੀ ਗਿੱਟੇ ਦੀ, ਉਹ ਸਾਰੀ ਟੁੱਟ ਚੁੱਕੀ ਸੀ, ਲੱਤ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਸੀ। ਜਿਹੜੀ ਨਲਕੇ ਦੀ ਥੜੀ ਬਣੀ ਹੋਈ ਸੀ ਹੌਦ ਉੱਪਰ, ਉਹ ਲੱਤ ਦੇ ਉੱਪਰ ਜਾ ਕੇ ਡਿੱਗਣ ਦੇ ਕਾਰਨ ਲੱਤ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਹੁਣ ਮੇਰੀ ਸੱਸ ਨੂੰ ਹਸਪੀਟਲ ਦੇ ਵਿੱਚ ਗੱਡੀ ਗੁੱਡੀ ਕਰਵਾਈ, ਮੈਨੂੰ ਉਸ ਟਾਈਮ ਯਾਦ ਨਹੀਂ ਕਿਸ ਤਰ੍ਹਾਂ ਮੈਨੇਜ ਕੀਤਾ, ਪਰ ਮੈਂ ਦੇਖ ਸਭ ਕੁਝ ਰਹੀ ਹਾਂ ਔਰ ਮੈਂ ਬਹੁਤ ਜ਼ਿਆਦਾ ਉਸ ਵੇਲੇ ਰੋ ਰਹੀ ਹਾਂ, ਬਹੁਤ ਪਰੇਸ਼ਾਨ ਹੈ ਕਿ ਇਹ ਹੋ ਕੀ ਗਿਆ। ਤਾਂ ਮੇਰੀ ਸੱਸ ਨੂੰ ਹਸਪੀਟਲ ਲੈ ਜਾਂਦੇ ਆ, ਮੇਰੇ ਖਿਆਲ ਗੰਗਾ ਨਗਰ ਲੈ ਜਾਂਦੇ ਜਾਂ ਹਨੂਮਾਨਗੜ੍ਹ ਜਾਂ ਕੁਝ ਵੀ, ਸਾਨੂੰ ਰਾਜਸਥਾਨ 'ਚ ਮੇਰੀ ਮੈਰਿਜ ਹੋਈ ਹੈ, ਸੋ ਉੱਥੇ ਸਾਨੂੰ ਜੋ ਵੀ ਹਸਪੀਟਲ ਲੱਗਦਾ ਸੀਗਾ ਨੇੜੇ ਪੈਂਦਾ ਸੀ ਉਹਦੇ ਵਿੱਚ ਲੈ ਗਏ। ਤਾਂ ਉਹਨਾਂ ਨੇ ਅੱਗੇ ਜਿਵੇਂ ਗੰਗਾ ਨਗਰ ਰੈਫਰ ਕਰਤਾ ਕਿ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਕਰਾਓ, ਆਪਰੇਟ ਹੋਏਗਾ, ਇਹਨਾਂ ਦੀ ਜਿਹੜੀ ਲੱਤ ਹੈ ਸਾਰੀ ਟੁੱਟ ਚੁੱਕੀ ਹੈ। ਤਾਂ ਹੁਣ ਮੇਰਾ ਔਰ ਮੇਰੇ ਬੱਚੇ ਦਾ ਜਿਹੜਾ ਸੀਗਾ ਉਹ, ਅਸੀਂ ਘਰੇ ਬੈਠੇ ਆ, ਤਾਂ ਮੇਰਾ 2 ਦਿਨਾਂ ਦਾ ਪ੍ਰੋਗਰਾਮ ਸੀਗਾ, ਮੈਂ ਸਿਰਫ ਸਹੁਰੇ 2 ਦਿਨ ਲਾਣੇ, ਵਾਪਸ ਜਾਣਾ, ਪਰ ਮੇਰਾ ਉੱਥੇ ਸਭ ਕੁਝ ਖਰਾਬ ਹੋ ਗਿਆ ਸਿਸਟਮ। ਹੁਣ ਘਰ ਦੇ ਕੰਮ, ਘਰ ਦੀ ਜ਼ਿੰਮੇਵਾਰੀ ਸਾਰੀ ਮੇਰੇ ਗਲ ਤੇ ਪੈ ਗਈ ਹੈ। ਮੈਂ 10 ਦਿਨ ਰਹੀ ਹਾਂ, ਪਰ 10 ਦਿਨਾਂ ਬਾਅਦ ਮੇਰੇ ਜੋ ਸਟਿਚਸ ਸੀਗੇ ਉਹ ਇਨਫੈਕਟ ਕਰ ਗਏ ਸੀਗੇ, ਇਨਫੈਕਸ਼ਨ ਹੋ ਗਈ ਸੀਗੀ, ਖਰਾਬ ਹੋ ਗਏ ਸੀਗੇ, ਤਾਂ ਜੋ ਮੰਨ ਲਓ ਮੈਨੂੰ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਤਾਂ ਮੇਰੀ ਸੱਸ ਦੇ ਆਪਰੇਟ ਤੋਂ ਬਾਅਦ ਮੇਰੇ ਭੂਆ ਸੱਸ ਆਏ, ਮੇਰੀ ਨਨਦ ਆਈ, ਤਾਂ ਉਹਨਾਂ ਨੇ ਦੇਖਿਆ ਕਿ ਇਹਨੂੰ ਪ੍ਰੋਬਲਮ ਹੋ ਗਈ ਹੈ ਕਾਫੀ ਜ਼ਿਆਦਾ। ਤਾਂ ਫਿਰ ਹੁਣ ਘਰ ਦੇ ਕੰਮ ਵੀ ਅੱਗੇ ਇਸੇ ਨੇ ਸਾਰਾ ਘਰ ਸੰਭਾਲਣਾ ਹੈ, ਵੀ ਸੱਸ ਤਾਂ ਇਸ ਤਰ੍ਹਾਂ ਬਿਮਾਰ ਹੋ ਗਏ ਨੇ ਤੇ ਭਾਈ ਤੂੰ ਆਪਣਾ ਪੇਕੇ ਜਾ ਤੇ ਠੀਕ ਕਰ, ਉੱਥੋਂ ਟ੍ਰੀਟਮੈਂਟ ਲਿਆ।
ਉਹੀ ਟ੍ਰੀਟਮੈਂਟ ਦੀ ਗੱਲ ਫਿਰ ਤੋਂ ਆ ਜਾਂਦੀ ਹੈ ਇਸ ਵੀਡੀਓ 'ਚ ਕਿ ਮੇਰਾ ਜਦੋਂ ਵੀ ਕਦੇ ਕੁਝ ਦੁਖਿਆ, ਮੇਰਾ ਜਦੋਂ ਵੀ ਕੋਈ ਪ੍ਰੋਬਲਮ ਆਈ ਤਾਂ ਮੈਂ ਆਪਣਾ ਟ੍ਰੀਟਮੈਂਟ ਆਪਣੇ ਪੇਕਿਆਂ ਤੋਂ ਕਰਵਾਇਆ। ਇਹ ਐਮਰਜੈਂਸੀ ਵਿੱਚ ਮੇਰੀ ਪ੍ਰੋਬਲਮ ਸੀਗੀ, ਇਹਦੇ ਵਿੱਚ ਵੀ ਮੈਨੂੰ ਮੇਰੇ ਪੇਕੀ ਭੇਜਿਆ ਗਿਆ ਕਿ ਤੂੰ ਆਪਣਾ ਉੱਥੋਂ ਇੱਕ ਵਾਰ ਠੀਕ ਹੋ ਜਾ, 10 ਦਿਨ ਹੋਰ ਲਗਾਇਆ, ਅਸੀਂ 10 ਦਿਨ ਘਰ ਨੂੰ ਹੈਂਡਲ ਕਰ ਲੈਣੀ ਆ, ਫਿਰ ਤੂੰ ਆ ਜਾਵੀਂ ਤੇ ਅਸੀਂ ਮਤਲਬ ਸਾਰੇ ਮਿਲ ਕੇ ਫਿਰ ਸਾਰਾ ਕੁਝ ਆਪਾਂ ਐਡਜਸਟਮੈਂਟ ਕਰ ਲਾਂਗੇ ਕਿਸ ਤਰ੍ਹਾਂ ਕਰਨਾ। ਤਾਂ ਹੁਣ ਮੇਰੇ ਲਈ ਇਹ ਪਰੇਸ਼ਾਨੀ ਬਣ ਗਈ ਕਿ ਦੋ ਤਾਂ ਮੇਰੇ ਬੱਚੇ ਨੇ, ਇੱਕ ਮੇਰੀ ਬੇਟੀ ਸਾਲ ਦੀ ਆ ਔਰ ਮੇਰਾ ਬੇਟਾ 15-20 ਦਿਨ ਦਾ ਹੈ। ਹੁਣ 20 ਦਿਨ ਦੇ ਬੱਚੇ ਨਾਲ ਤੇ 1 ਸਾਲ ਦੀ ਗੁੜੀਆ ਦੇ ਨਾਲ, 2 ਬੱਚਿਆਂ ਨਾਲ ਮੈਨੂੰ ਕੱਲੀ ਨੂੰ ਐਡਜਸਟਮੈਂਟ ਕਰਨੀ ਬਹੁਤ ਮੁਸ਼ਕਿਲ ਸੀ। 10 ਦਿਨ ਮੈਂ ਆਪਣੇ ਪੇਕੇ ਲਗਾਨੀ ਆ ਤਾਂ ਇਹ ਮੈਨੂੰ ਲੈਣ ਨਹੀਂ ਆਉਂਦੇ, ਇਹਨਾਂ ਦੇ ਵੱਲੋਂ ਕੋਈ ਫੋਨ ਨਹੀਂ ਕੀਤਾ ਜਾਂਦਾ। ਮੈਂ ਫੋਨ ਤੇ ਹਾਲ ਚਾਲ ਪੁੱਛਦੀ ਆ ਤਾਂ ਬਸ ਹਾਲ ਚਾਲ ਪੁੱਛ ਕੇ ਫੋਨ ਕੱਟ ਦਿੱਤਾ ਜਾਂਦਾ। ਹਾਲ ਚਾਲ ਸੌਰੀ ਦੱਸ ਕੇ ਮੈਨੂੰ ਵੀ ਮੰਮੀ ਦਾ ਹਾਲ ਚਾਲ, ਜਿਵੇਂ ਮੈਂ ਆਪਣੀ ਸੱਸ ਦਾ ਪੁੱਛ ਲਿਆ, ਆਪਣੇ ਸਹੁਰਾ ਸਾਹਿਬ ਦਾ ਕਿ ਠੀਕ ਨੇ। ਤਾਂ ਉਸ ਤੋਂ ਬਾਅਦ ਮੇਰੇ ਸੱਸ ਹਸਪੀਟਲ ਦੇ ਵਿੱਚ ਹੀ ਐਡਮਿਟ ਨੇ। ਤਾਂ ਮੈਨੂੰ ਵੀ ਲੱਗਦਾ ਕਿ ਮੈਨੂੰ ਮੇਰੇ ਪਰਿਵਾਰ 'ਚ ਵਾਪਸ ਜਾਣਾ ਚਾਹੀਦਾ, ਮੈਂ ਠੀਕ ਹੋ ਗਈ ਹਾਂ, ਹੁਣ ਮੇਰੀਆਂ ਜ਼ਿੰਮੇਵਾਰੀਆਂ ਨੇ। ਤਾਂ ਉੱਥੇ ਚੱਲ ਕੇ ਮੇਰੇ ਬੱਚੇ ਛੋਟੇ ਹੋਣ ਕਾਰਨ ਮੇਰੀ ਮੰਮੀ ਨੇ ਮੇਰਾ ਬਹੁਤ ਸਾਥ ਦਿੱਤਾ ਉਸ ਟਾਈਮ ਤੇ। ਮੇਰੇ ਮੌਸੀ, ਮੇਰੇ ਨਾਨੀ ਬਹੁਤ ਸਾਥ ਦਿੱਤਾ ਮੇਰਾ। ਮੇਰੇ ਨਾਨੀ ਕਹਿੰਦੇ ਕਿ ਦੇਖ ਬਾਈ ਤੇਰੀ ਗੁੜੀਆ ਛੋਟੀ ਹੈ, ਗੁੜੀਆ ਹੁਣ ਮੇਰੇ ਪੇਕੇ ਜ਼ਿਆਦਾ ਰਹਿਣ ਕਰਕੇ ਉਹਦਾ ਪਿਆਰ ਵੀ ਉਹਨਾਂ ਨਾਲ ਹੋ ਗਿਆ ਸੀਗਾ, ਤੇ ਮੇਰੀ ਗੁੜੀਆ ਨੂੰ ਕਹਿੰਦੇ ਵੀ ਤੁਸੀਂ ਇੱਥੇ ਛੱਡ ਜੋ, ਅਸੀਂ ਤੇਰੀ ਗੁੜੀਆ ਪਾਲ ਲੈਣੇ, ਤੂੰ ਆਪਣੇ ਬੱਚੇ ਨਾਲ ਆਪਣਾ ਸਹੁਰਾ ਪਰਿਵਾਰ ਇੱਕ ਵਾਰ ਸੈਟਲਮੈਂਟ ਕਰ ਲਾ। ਤਾਂ ਮੈਂ ਆਪਣੀ ਗੁੜੀਆ ਨੂੰ ਜਿਵੇਂ 3-4 ਮਹੀਨਿਆਂ ਲਈ ਆਪਣੇ ਇੱਥੇ ਨਾਨਕੇ ਛੱਡਤਾ। ਹਾਲਾਂਕਿ ਮੈਂ ਚਾਹੁੰਦੀ ਨਹੀਂ ਸੀਗੀ ਕਿ ਮੈਂ ਆਪਣੀ ਬੱਚੀ ਤੋਂ ਦੂਰ ਰਹਾਂ, ਪਰ ਮੇਰੀ ਮਜਬੂਰੀ ਸੀ ਕਿ ਮੈਨੂੰ ਕੁਝ ਟਾਈਮ ਲਈ ਆਪਣੀ ਬੱਚੀ ਆਪਣੇ ਤੋਂ ਦੂਰ ਕਰਨੀ ਪਈ। ਤਾਂ ਜੀ ਮੈਂ ਆਪਣਾ ਬੇਟਾ ਲੈ ਕੇ ਆਪਣੇ ਸਹੁਰੇ ਪਰਿਵਾਰ ਚਲ ਗਈ ਹਾਂ। ਹੁਣ ਉੱਥੇ ਛੋਟਾ ਬੱਚਾ 1 ਮਹੀਨੇ ਦਾ ਬੱਚਾ ਹੈ, ਤਾਂ ਉਹ ਰਾਤ ਨੂੰ 10 ਵਾਰ 12 ਵਾਰ ਉੱਠਦਾ, ਪਰੇਸ਼ਾਨ ਕਰਦਾ ਨਾ। ਇੱਕ ਤਾਂ ਮੈਂ ਵੈਸੇ ਡਿਸਟਰਬ ਹੈ, ਖੁਦ ਦੀ ਹੈਲਥ ਫਿਟ ਨਹੀਂ ਹੈ, ਬੱਚਾ ਡਿਸਟਰਬ ਕਰਦਾ ਹੈ, ਔਰ ਮੈਨੂੰ ਮੇਰੀ ਸੱਸ ਦੇ ਨਾਲ ਮੰਜਾ ਡਾ ਕੇ ਸਮਾ ਦਿੱਤਾ ਜਾਂਦਾ ਕਿ ਤੂੰ ਤਾਂ ਬਾਰ-ਬਾਰ ਬੱਚੇ ਨੂੰ ਦੁੱਧ ਪਿਲਾਣਾ, ਉੱਠਦੀ ਹੈ ਨਾ, ਸੁਸੂ ਪਾਟੀ ਬੱਚਾ ਕਰਦਾ ਤਾਂ ਉਹਦੇ ਲਈ ਉੱਠਦੀ ਹੈ, ਤੇ ਤੂੰ ਮੰਮੀ ਨੂੰ ਬਾਰ-ਬਾਰ ਹਰ 5 ਮਿੰਟ ਬਾਅਦ ਮੇਰੀ ਸੱਸ ਉੱਠ ਕੇ ਵਾਸ਼ਰੂਮ ਕਰਦੇ ਸੀ, ਮਤਲਬ ਉਹਨਾਂ ਨੂੰ ਬਿਸਤਰ ਤੇ ਬਾਥਰੂਮ ਕਰਵਾਉਣਾ ਪੈਂਦਾ ਸੀਗਾ। ਤਾਂ ਵਾਸ਼ਰੂਮ ਤਾਂ ਜਾ ਨਹੀਂ ਸਕਦੇ ਸੀਗੇ ਕਿਉਂਕਿ ਉਹਨਾਂ ਦਾ ਤੁਰਦੇ ਹੈ ਨਹੀਂ ਸੀਗੇ, ਤਾਂ ਫਿਰ ਜਿਹੜਾ ਉਹਨਾਂ ਦਾ ਬਾਥਰੂਮ ਵਗੈਰਾ ਸੀ ਉਹ ਬਿਸਤਰ ਤੇ ਹੀ ਹੁੰਦਾ ਸੀ ਸਭ ਕੁਝ। ਤਾਂ ਉਹ ਮੈਂ ਪੂਰੀ ਰਾਤ ਡਿਸਟਰਬ ਹੋ ਚੁੱਕੀ ਸੀ, ਪਰ ਮੇਰੀ ਉਹ ਜ਼ਿੰਮੇਵਾਰੀ ਸੀ, ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੀ। ਮੈਂ ਸਭ ਕੁਝ ਕੀਤਾ, ਸਾਰਾ ਕੁਝ ਹੋਇਆ। ਇਹ ਸੱਟ ਲੱਗਣੀ ਇੱਕ ਐਕਸੀਡੈਂਟ ਸੀ। ਹੁਣ ਇਹਦੇ ਵਿੱਚ ਮੇਰਾ ਜਾਂ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਸੀ, ਪਰ ਮੈਨੂੰ ਸੁਣਨ ਵਿੱਚ ਇਹ ਮਿਲਿਆ ਜਦੋਂ ਠੀਕ ਹੋ ਜਾਂਦੇ 2 ਮਹੀਨਿਆਂ ਬਾਅਦ ਕਿ ਇਹ ਸਾਡੇ ਲਈ ਅਪਸ਼ਗਨੀ ਸੀ। ਇਹ ਆਈ ਤਾਂ ਮੇਰੀ ਧੀ ਖਾ ਗਈ। ਇਹ 1 ਮਹੀਨੇ ਦੀ ਮੇਰੀ ਕੁੜੀ ਨੇ ਸੁਸਾਈਡ ਕਰ ਲਿਆ। ਹੁਣ ਮੇਰੇ 20 ਦਿਨਾਂ ਦੇ ਬੇਟੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿ ਇਹ ਮੁੰਡਾ ਸਾਡੇ ਲਈ ਅਨਲੱਕੀ ਹੈ, ਕਿ ਸਾਨੂੰ ਸੱਟਾਂ ਲੱਗ ਗਈਆਂ, ਘਰੇ ਪੈਰ ਪਾਇਆ ਮੁੰਡੇ ਨੇ ਤੇ ਸਾਨੂੰ ਦੋਨਾਂ ਜਣਿਆਂ ਨੂੰ ਸੱਟਾਂ ਲੱਗ ਗਈਆਂ। ਇਹ ਇਸ ਤਰ੍ਹਾਂ ਦੀ ਗੱਲ ਸੀ ਜਿਹਨੇ ਮੇਰੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਝੰਜੋੜ ਕੇ ਰੱਖਤਾ। ਤੇ ਮੇਰੇ ਸੱਸ ਸਹੁਰਾ ਜਾਨੀ ਕਿ ਮੇਰੇ ਬੱਚੇ ਦੇ ਦਾਦਾ ਦਾਦੀ, ਉਹਨਾਂ ਦੇ ਦਿਮਾਗ ਦੇ ਵਿੱਚ ਇਸ ਚੀਜ਼ ਨੇ ਘਰ ਕਰ ਲਿਆ। ਮੇਰੇ ਹਸਬੈਂਡ ਨੂੰ ਵੀ ਇਸ ਚੀਜ਼ ਦਾ ਸ਼ਿਕਾਰ ਕਰਤਾ ਕਿ ਇਹ ਮੁੰਡਾ ਆਪਣੇ ਲਈ ਸ਼ੁਭ ਨਹੀਂ ਹੈ, ਇਹ ਗੰਢ ਮੂਲਾਂ ਦੇ ਵਿੱਚ ਹੋਇਆ ਵੈ ਤੇ ਇਹ ਆਪਣੇ ਲਈ ਸਹੀ ਨਹੀਂ ਹੈ। ਤਾਂ ਉਸ ਟਾਈਮ ਤੇ ਸੋਚ ਕੇ ਦੇਖੋ, ਇੱਕ ਮਾਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਅਪਸ਼ਗਨਾ ਬਦਸ਼ਗਨਾ ਇਸ ਤਰ੍ਹਾਂ ਸੁਣੇ, ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ। ਮੈਨੂੰ ਇਹ ਜੋ ਵੀ ਕਹਿੰਦੇ ਸੀ ਮੈਂ ਸਭ ਕੁਝ ਸੁਣਦੀ ਸੀ, ਪਰ ਕੋਈ ਮੇਰੇ ਬੱਚੇ ਨੂੰ ਇਹ ਗੱਲ ਕਹੇ ਮੈਨੂੰ ਬਿਲਕੁਲ ਪਸੰਦ ਨਹੀਂ। ਹੁਣ ਉਸ ਟਾਈਮ ਤੇ ਮੈਨੂੰ ਬਹੁਤ ਗੁੱਸਾ ਆਉਣਾ ਸ਼ੁਰੂ ਹੋ ਗਿਆ, ਤਾਂ ਮੈਂ ਇਹਨਾਂ ਨੂੰ ਮੋੜ ਕਰਨਾ ਸ਼ੁਰੂ ਕਰਤਾ, ਮੈਂ ਬੋਲਣਾ ਸ਼ੁਰੂ ਕਰਤਾ। ਕਿਉਂਕਿ ਕਹਿੰਦੇ ਆ ਨਾ, ਔਰਤ ਕਮਜ਼ੋਰ ਹੈ, ਔਰਤ ਅਗਰ ਚੁੱਪ ਹੈ ਤਾਂ ਉਹ ਆਪਣੇ ਮਾਪਿਆਂ ਨੂੰ ਦੇਖ ਕੇ, ਆਪਣੇ ਘਰਦਿਆਂ ਨੂੰ ਦੇਖ ਕੇ, ਆਪਣੇ ਹਾਲਾਤਾਂ ਨੂੰ ਦੇਖ ਕੇ, ਪਰ ਇੱਕ ਮਾਂ ਕਦੇ ਚੁੱਪ ਨਹੀਂ ਰਹਿ ਸਕਦੀ। ਜਦੋਂ ਗੱਲ ਉਹਦੇ ਬੱਚਿਆਂ ਤੇ ਆ ਜਾਏ ਫਿਰ ਉਹ ਕਦੇ ਚੁੱਪ ਨਹੀਂ ਰਹਿ ਸਕਦੀ। ਮੈਂ ਅਕਸਰ ਇਹ ਮਾਵਾਂ ਦੇਖੀਆਂ ਤੇ ਮੈਂ ਵੀ ਉਹਨਾਂ ਮਾਵਾਂ ਚੋਂ ਹੀ ਹਾਂ, ਮੈਂ ਵੀ ਉਹਨਾਂ ਔਰਤਾਂ ਚੋਂ ਹਾਂ ਜੋ ਮਾਂ ਹੋ ਕੇ ਆਪਣੀ ਜ਼ੁਬਾਨ ਖੋਲਣੀ ਮੈਨੂੰ ਕੋਈ ਔਖੀ ਨਹੀਂ ਲੱਗੀ। ਤਾਂ ਮੈਂ ਵੀ ਉਹਨਾਂ ਸਾਰਿਆਂ ਨਾਲ ਬਹਿਸ ਕਰਨੀ ਸ਼ੁਰੂ ਕਰਤੀ ਕਿ ਮੇਰੇ ਬੇਟੇ ਦਾ ਤੁਹਾਡੀ ਸੱਟ ਦੇ ਨਾਲ ਕੀ ਕਨੈਕਸ਼ਨ ਹੈ। ਜੇ ਮੇਰਾ ਬੱਚਾ, ਮੈਨੂੰ ਇਹਦਾ ਇਫੈਕਟ ਮੈਨੂੰ ਹੋਣਾ ਚਾਹੀਦਾ ਸੀ ਨਾ, ਮੈਂ ਮਰ ਜਾਂਦੀ, ਮੈਨੂੰ ਮੌਤ ਆ ਜਾਂਦੀ। ਅਗਰ ਮੇਰਾ ਬੱਚਾ ਬੁਰਾ ਸੀ ਤਾਂ ਮੇਰਾ ਬੱਚਾ ਅਪਸ਼ਗਨਾ ਸੀ। ਇਸ ਚੀਜ਼ਾਂ ਚੋਂ ਬਾਹਰ ਨਿਕਲੋ। ਪਰ ਨਹੀਂ, ਇਹ ਇਸ ਦਲਦਲ ਚੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ ਸੀ ਕਿਉਂਕਿ ਅੰਧ ਵਿਸ਼ਵਾਸ ਇਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਭਰਿਆ ਹੋਇਆ ਕਿ ਇਹ ਬਾਬਿਆਂ ਚੇਲਿਆਂ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਨੇ। ਹੁਣ ਜਿਹੜੀਆਂ ਸਾਡੀਆਂ ਅੱਗੇ ਦਾ ਸਫ਼ਰ 10 ਸਾਲ ਦਾ, ਉਹ ਸਾਡਾ ਕਿਸ ਤਰ੍ਹਾਂ ਦਾ ਬੀਤਿਆ ਉਹ ਤੁਹਾਨੂੰ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ। ਪਰ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਆ ਕਿ ਜਦੋਂ ਘਰ ਦੇ ਸਾਰਿਆਂ ਦੇ ਜ਼ਿਹਨ ਵਿੱਚ ਇਹ ਹੋ ਜਾਏ ਕਿ ਸਾਡੀ ਨੂੰਹ ਸਾਡੇ ਲਈ ਲੱਕੀ ਨਹੀਂ ਹੈ, ਸਾਡਾ ਪੋਤਾ ਸਾਡੇ ਲਈ ਲੱਕੀ ਨਹੀਂ ਹੈ, ਤਾਂ ਗਾਹਾਂ ਅੱਗੇ ਚੱਲ ਕੇ ਕਿਸ ਤਰ੍ਹਾਂ ਦਾ ਬਿਹੇਵ ਮੇਰੇ ਬੱਚੇ ਨਾਲ ਹੋਇਆ ਹੋਣਾ
किस तरह का मेरे नाल कीता होना है, ते वो मैं तुहाडे सारिਆਂ नाल कदे फेर किसी वीडियो दे विच शेयर करूंगी। हाँ जी, वीडियो नू पूरा वॉच करियो, शेयर करियो ते चैनल नू सबसक्राइब करियो ते मिलदे हैं जी आपां फेर एक नवीं वीडियो दे विच। ते सारिਆਂ दा बहुत बहुत धन्नवाद जी।